अवले अल्लाह नूर उपाया कुदरत के सब बंदे एक नूर दे सब जग उपजा कौन भले को मंदे। देश विदेश ਵਿੱਚ ਬੈਠੀਆਂ ਪ੍ਰੋਗਰਾਮ ਇੱਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਸਵਾਗਤ ਹੈ ਜੀ। ਸੰਗਤ ਜੀ ਪ੍ਰੋਗਰਾਮ ਇੱਕ ਨੂਰ ਵਿੱਚ ਕਰੀਬ 6 ਮਹੀਨੇ ਦੇ ਵਕਫੇ ਦੇ ਬਾਅਦ ਅਸੀਂ ਆਪ ਜੀ ਨੂੰ ਫਿਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਲਿਆ ਆਏ ਹਾਂ। ਹੁਣ ਤੁਸੀਂ ਇੱਥੇ ਸਾਰਾ ਪਿੱਛੇ ਦੇਖ ਸਕਦੇ ਹੋ ਕਿ ਕਾਫੀ ਕੁਝ ਬਦਲ ਚੁੱਕਾ ਹੈ ਤੇ ਇਸ ਵਕਤ ਸਾਡੇ ਨਾਲ ਦ ਕਲਗੀਧਰ ਟਰਸਟ ਦੇ ਸੈਕਟਰੀ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਨਾਲ ਹੀ ਡਾਇਰੈਕਟਰ ਐਜੂਕੇਸ਼ਨ ਵੀ ਨੇ ਸਾਰੇ ਪੂਰੇ ਪ੍ਰੋਜੈਕਟ ਜੋ ਹੈ ਟਰਸਟ ਦਾ ਉਹਦੇ ਵਿੱਚ ਐਜੂਕੇਸ਼ਨ ਦਾ ਪਾਰਟ ਹੀ ਮੇਜਰ ਹੈ ਤੇ ਉਹਦੇ ਇਹ ਡਾਇਰੈਕਟਰ ਵੀ ਨੇ ਤੇ ਨਾਲ ਇਸ ਵੇਲੇ ਮੌਜੂਦ ਨੇ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਚਾਹਾਂਗੇ ਕਿ ਸਾਰੀ ਸੰਗਤ ਵੱਲੋਂ ਅਸੀਂ ਤੁਹਾਨੂੰ ਮੁਬਾਰਕ ਦੇਣਾ ਚਾਹੁੰਦੇ ਕਿ ਕਰੀਬ 6 ਮਹੀਨੇ 'ਚ ਇੰਨਾ ਕੁਝ ਬਦਲ ਗਿਆ ਸੀ। ਉਦੋਂ ਅਸੀਂ ਗਰਮੀਆਂ 'ਚ ਆਏ ਸੀ ਤੇ ਉਦੋਂ ਅਸੀਂ ਥੋੜਾ ਜਿਹਾ ਗਰਮੀ ਤੋਂ ਬਚ ਰਹੇ ਸੀ ਤੇ ਉਦੋਂ ਅਜੇ ਕਾਫੀ ਕੁਝ ਹੋਣ ਵਾਲਾ ਸੀ। ਹੁਣ ਤਾਂ ਬਿਲਕੁਲ ਨੁਹਾਰ ਬਦਲ ਦਿੱਤੀ ਹੈ ਤੁਸੀਂ 6 ਮਹੀਨਿਆਂ 'ਚ ਤੇ ਇੰਨੀ ਜਲਦੀ ਕਿੱਦਾਂ ਇਹ ਸਾਰਾ ਕੁਝ ਹੋ ਗਿਆ ਜੀ? ਇਹ ਬਸ ਕਲਗੀਆਂ ਵਾਲਿਆਂ ਨੇ ਆਪ ਹੀ ਕਰਵਾਇਆ ਮਹਾਰਾਜ ਜੀ। ਸਾਨੂੰ ਲਾਸਟ ਡੇਟ ਸੀਗੀ ਜੀ 30 ਅਕਤੂਬਰ ਜੋ ਸਾਨੂੰ ਪੰਜਾਬ ਗਵਰਨਮੈਂਟ ਨੇ ਦਿੱਤੀ ਸੀਗੀ ਜਿਸ ਡੇਟ ਤੱਕ ਅਸੀਂ ਇਹ ਕੰਪਲੀਟ ਕਰਕੇ ਇਨਸਪੈਕਸ਼ਨ ਕਰਵਾਉਣੀ ਸੀਗੀ ਜੀ। ਸੋ ਸਾਡੇ ਕੋਲ ਕੋਈ ਚੋਇਸ ਹੀ ਨਹੀਂ ਸੀ ਕਿ ਵੀ ਅਸੀਂ ਹੌਲੇ ਚੱਲਦੇ ਜਾਂ ਕਰਦੇ ਕੰਮ ਜੋ ਕੰਪਲੀਟ ਕਰਨਾ ਸੀਗਾ ਤੇ ਮਹਾਪੁਰਸ਼ਾਂ ਦੀ ਬਖਸ਼ਿਸ਼ ਕਲਗੀ ਵਾਲਿਆਂ ਜੀ ਆਪ ਖੜੇ ਹੋ ਕੇ ਆਪ ਹੀ ਕਰਵਾਇਆ ਜੀ ਸੰਗਤਾਂ ਤੋਂ ਜੀ। ਇਹ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਕਿ ਇਹ ਸਾਡਾ ਜੋ ਆਬਜੈਕਟਿਵ ਸੀਗਾ ਅਸੀਂ ਇਸ ਨੂੰ ਪੂਰਾ ਕਰ ਸਕੇ ਜਿਸ ਸਮੇਂ ਸਿਰ ਜੀ। ਤੇ ਹੁਣ ਥੋੜਾ ਜਿਹਾ ਕਿਉਂਕਿ ਉਸ ਵੇਲੇ ਤਾਂ ਕੰਸਟਰਕਸ਼ਨ ਪਾਰਟ ਦੇ ਉੱਤੇ ਮੇਨ ਸਾਡੀ ਗੱਲ ਕੇਂਦਰਿਤ ਸੀ। ਹੁਣ ਇਸ ਯੂਨੀਵਰਸਿਟੀ ਦੇ ਮਿਸ਼ਨ ਦੀ ਗੱਲ ਜਿਹੜੀ ਹੈ ਕਿ ਇੱਥੋਂ ਕੀ ਪੈਦਾ ਹੋਣਾ ਜਾਂ ਕੀ ਇਹਦਾ ਮੇਨ ਵਿਜ਼ਨ ਕੀ ਲੈ ਕੇ ਚੱਲੇ ਹੋ ਤੁਸੀਂ? ਇਹ ਅਸੀਂ ਨਾ ਜੀ ਜਿਸ ਤਰ੍ਹਾਂ ਕਲਗੀਆਂ ਵਾਲਿਆਂ ਦਾ ਇਹ ਮੈਸੇਜ ਸੀਗਾ ਇਹ ਬਚਨ ਹੋਏ ਸੀਗੇ ਅੱਜ ਤੋਂ 350 ਸਾਲ ਪਹਿਲਾਂ ਕਿ ਇਸ ਜਗ੍ਹਾ ਤੇ ਗੁਰੂ ਕੀ ਕਾਸ਼ੀ ਪ੍ਰਗਟ ਹੋਣੀ ਹੈਗੀ ਤੇ ਇੱਥੋਂ ਦੇਸ਼ ਵਿਦੇਸ਼ ਵਾਸਤੇ ਉੱਚ ਕੋਟੀ ਦੇ ਵਿਦਵਾਨ ਪੜ੍ਹ ਕੇ ਇੱਥੋਂ ਨਿਕਲਣਗੇ ਜੀ। ਸੋ ਉਹ ਜੋ ਮਹਾਰਾਜ ਦਾ ਜੋ ਬਚਨ ਸੀ ਕਿ ਜੋ ਪੰਥ ਦਾ ਸੁਪਨਾ ਸੀਗਾ ਉਹ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸੰਗਤਾਂ ਤੋਂ ਇਹ ਮੰਗ ਕਰਦੇ ਹਾਂ ਬਖਸ਼ ਕੇ ਸਾਨੂੰ ਬਖਸ਼ ਲੈਣ, ਸਾਨੂੰ ਹਿੰਮਤ ਬਖਸ਼ਣ ਕਿ ਅਸੀਂ ਇਹ ਜੋ ਮੁਹਿੰਮ ਹੈਗਾ ਜੋ ਇਹ ਅਸੀਂ ਕਾਰ ਆਪਣੇ ਆਪ 'ਤੇ ਲਿਆ ਹੈਗਾ ਕਿ ਇਹ ਪੂਰਾ ਹੋ ਸਕੇ ਕਿ ਅਸੀਂ ਇੱਕ ਆਊਟਸਟੈਂਡਿੰਗ ਐਕਸਲੈਂਸ ਵਾਲੀ ਯੂਨੀਵਰਸਿਟੀ ਸਿੱਖ ਪੰਥ ਵਾਸਤੇ ਇਹ ਖੜੀ ਹੋ ਸਕੇ। ਇਹ ਆਬਜੈਕਟਿਵ ਹੈਗਾ ਜੀ। ਜੀ ਸੋ ਫਿਰ ਆਪਾਂ ਦੁਬਾਰਾ ਥੋੜਾ ਜਿਹਾ ਜੇਕਰ ਬੜੂ ਸਾਹਿਬ ਦੇ ਬਾਰੇ ਜਿੱਥੋਂ ਕਿ ਗੱਲ ਸ਼ੁਰੂਆਤ ਹੋਈ ਉੱਥੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਕਿਉਂਕਿ ਤੁਸੀਂ ਐਜੂਕੇਸ਼ਨ ਦੇ ਨਾਲ ਸਾਰਾ ਵੈਸੇ ਤਾਂ ਤੁਸੀਂ ਬੈਕਗ੍ਰਾਉਂਡ ਤੁਹਾਡੀ ਮੈਡੀਕਲ ਲਾਈਨ ਤੋਂ ਤੁਸੀਂ ਇੱਧਰ ਆਏ ਹੋ ਜੀ ਤੇ ਬੜੂ ਸਾਹਿਬ ਤੋਂ ਲੈ ਕੇ ਇੱਥੋਂ ਤੱਕ ਦੇ ਸਫ਼ਰ ਜਿਹੜਾ ਸਾਨੂੰ ਉਹਦੀ ਥੋੜੀ ਜੀ ਡਿਟੇਲ ਜਿਹੜੀ ਆ ਅੱਜ ਸਾਡੇ ਨਾਲ ਸਾਂਝੀ ਕਰੋ ਤੁਸੀਂ। ਜੀ ਮਹਾਰਾਜ ਇਹ ਐਕਚੁਅਲੀ ਅੱਜ ਤੋਂ 110 ਸਾਲ ਪਹਿਲਾਂ 1906 ਵਿੱਚ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਬਚਨ ਹੋਏ ਸੀਗੇ ਕਿ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਬੱਚੀਆਂ ਦੋਨੋਂ ਦੁਨਿਆਵੀ ਤੇ ਅਧਿਆਤਮਿਕ ਵਿੱਦਿਆ ਲੈ ਕੇ ਦੇਸ਼ ਵਿਦੇਸ਼ ਵਿੱਚ ਜਾਣਗੇ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਜੋ ਸ਼ਾਂਤੀ ਦਾ ਮੈਸੇਜ ਹੈ, ਬ੍ਰਦਰਹੁੱਡ ਦਾ ਮੈਸੇਜ ਹੈ, ਸਪਿਰਿਚੁਅਲ ਮੈਸੇਜ ਇਹ ਸਾਰੇ ਦੇਸ਼ ਵਿੱਚ ਸਾਰੇ ਦੁਨੀਆ ਵਿੱਚ ਇਹ ਪ੍ਰਗਟ ਕਰਨਗੇ। ਇਹ ਬਚਨ ਸੰਤਾਂ ਨੇ ਕੀਤੇ ਸੀ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਤੇ ਉਸ ਤੋਂ 50 ਸਾਲ ਬਾਅਦ 1956 ਵਿੱਚ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਆਪਣੇ ਸੇਵਕ ਬਾਬਾ ਇਕਬਾਲ ਸਿੰਘ ਜੀ ਪਾਸੋਂ ਇਹ ਧਰਤੀ ਬੜੂ ਸਾਹਿਬ ਦੀ ਪ੍ਰਗਟ ਕਰਵਾਈ ਜੋ ਕਿ ਸੰਤ ਅਤਰ ਸਿੰਘ ਮਹਾਰਾਜ ਜੀ ਨੇ 50 ਸਾਲ ਪਹਿਲੇ ਬਚਨ ਕੀਤੇ ਸੀ ਕਿ ਇਹ ਉਹ ਧਰਤੀ ਹੈਗੀ। ਸੰਤਾਂ ਨੇ ਆਪਣੇ ਰੂਹਾਨੀ ਅਨੁਭਵ ਨਾਲ ਇਹ ਬਚਨ ਕੀਤੇ ਕਿ ਵੀ ਇਹੀ ਉਹ ਸਥਾਨ ਹੈ ਜਿੱਥੇ ਕਿ ਕਈ ਯੁਗਾਂ ਤੋਂ ਤਪ ਹੋਇਆ ਹੈਗਾ ਤੇ ਜਿੱਥੇ ਇਹ ਕਾਰਜ ਪੂਰਾ ਹੋਣਾ ਹੈਗਾ। ਤੇ ਉਸ ਤੋਂ ਤਕਰੀਬਨ 30 ਸਾਲਾਂ ਬਾਅਦ 1986 ਵਿੱਚ ਬਾਬਾ ਇਕਬਾਲ ਸਿੰਘ ਜੀ ਜੋ ਕਿ ਐਗਰੀਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸੀ ਹਿਮਾਚਲ ਪ੍ਰਦੇਸ਼ ਦੇ, ਜਦੋਂ ਰਿਟਾਇਰ ਹੋਏ ਤਾਂ ਉਹਨਾਂ ਨੇ ਇਹ 6 ਬੱਚਿਆਂ ਨਾਲ ਇੱਥੇ ਅਕਾਲ ਅਕੈਡਮੀ ਬੜੂ ਸਾਹਿਬ ਸ਼ੁਰੂ ਕੀਤੀ
ਅਗੇਂਸਟ ਆਲ ਆਡਸ। ਕੋਈ ਇੱਥੇ ਆਉਣ ਦਾ ਸਾਧਨ ਬੜਾ ਔਖਾ ਸੀਗਾ, ਬਿਜਲੀ ਦੀ ਸਪਲਾਈ ਵੀ ਨਹੀਂ ਸੀਗੀ, ਬੜੀ ਮੁਸ਼ਕਿਲ ਸੀ ਕੰਸਟਰਕਸ਼ਨ ਕਰਨੀ। ਪਰ ਕਿਉਂਕਿ ਉਹ ਜਨੂਨ ਸਵਾਰ ਸੀਗਾ ਕਿ ਮਹਾਂਪੁਰਸ਼ਾਂ ਦੇ ਬਚਨ ਹੋਏ ਆ ਤੇ ਅਸੀਂ ਬਚਨ ਕਮਾਣੇ ਹੈਗੇ, ਜਿੰਨੇ ਵੀ ਉੱਥੇ ਸੰਗਤ ਦੇ ਲੋਕ ਆਉਂਦੇ ਸੀਗੇ ਸਾਰੇ ਹੀ ਡਿਸੂਏਡ ਹੀ ਕਰਦੇ ਸੀਗੇ ਕਿ ਬਾਬਾ ਜੀ ਜੇ ਸਕੂਲ ਖੋਲ੍ਹਣਾ ਹੀ ਹੈਗਾ ਤੇ ਜਿਹੜਾ ਕਾਲਕਾ ਸ਼ਿਮਲਾ ਹਾਈਵੇ ਹੈ ਉਹਦੇ ਨੇੜੇ ਖੋਲ੍ਹ ਲਓ, ਜਾਂ ਦਿੱਲੀ ਦੇ ਨੇੜੇ ਖੋਲ੍ਹ ਲਓ, ਚੰਡੀਗੜ੍ਹ ਦੇ ਨੇੜੇ ਖੋਲ੍ਹ ਲਓ। ਤੇ ਮਹਾਂਪੁਰਸ਼ਾਂ ਨੇ ਬਸ ਇਹ ਜਵਾਬ ਦੇਣਾ ਕਿ ਵੀ ਜੋ ਸੰਤਾਂ ਦੇ ਬਚਨ ਹੋਏ ਹੈ ਕਿ ਇਹ ਸਥਾਨ ਹੈਗਾ ਜਿੱਥੇ ਕਿ ਸਤਿਯੁਗ ਵਰਤਣਾ ਹੈਗਾ। ਸੋ ਤਾਂ ਉਸ ਹਿਸਾਬ ਨਾਲ ਉਹਨਾਂ ਨੇ ਉਸੀ ਚੀਜ਼ ਦੇ ਪਿੱਛੇ ਜੁਟੇ ਰਹੇ ਤੇ ਹੁਣ ਉਹ ਹੌਲੇ ਹੌਲੇ ਗਰੋ ਕਰਦਾ ਕਰਦਾ ਤਕਰੀਬਨ 1500 ਬੱਚੇ 16 ਮੁਲਕਾਂ ਦੇ ਬੜੂ ਸਾਹਿਬ ਵਿਖੇ ਪੜ੍ਹਦੇ ਹਨ ਤੇ ਉੱਚ ਕੋਟੀ ਦੀ ਦੁਨਿਆਵੀ ਤੇ ਅਧਿਆਪਕ ਵਿੱਦਿਆ ਦੋਨੋਂ ਲੈ ਕੇ ਹੁਣ ਬੱਚੇ ਬਾਹਰ ਜਾਣ ਲੱਗ ਪਏ ਹਨ, ਚਾਰੋਂ ਪਾਸੇ ਜਾਣ ਲੱਗ ਪਏ ਹਨ ਤੇ ਜਿਹੜਾ ਉਹ ਸੁਪਨਾ ਸੀ ਸੰਤਾਂ ਦਾ ਉਹ ਹੌਲੇ ਹੌਲੇ ਸਾਕਾਰ ਹੁੰਦਾ ਹੁਣ ਦਿਖ ਰਿਹਾ ਹੈਗਾ। ਇਹ 93 ਵਿੱਚ 1993 ਵਿੱਚ ਫਿਰ ਸੰਗਤ ਨੇ ਆ ਕੇ ਬਚਨ ਕੀਤੇ ਬਾਬਾ ਇਕਬਾਲ ਸਿੰਘ ਜੀ ਨੂੰ ਕਿ ਬੜੂ ਸਾਹਿਬ ਆਉਣਾ ਬੜਾ ਔਖਾ ਹੈਗਾ, ਨਾਲੇ ਸਾਰੇ ਬੱਚੇ ਇੱਥੇ ਆ ਕੇ ਪੜ੍ਹ ਵੀ ਨਹੀਂ ਸਕਦੇ। ਸੋ ਇਸ ਲਈ ਇਸ ਤਰ੍ਹਾਂ ਦੇ ਸਕੂਲ ਪੰਜਾਬ ਵਿੱਚ ਵੀ ਸਥਾਪਿਤ ਕੀਤੇ ਜਾਣ ਹੋਰ। ਤੇ ਉਹਨਾਂ ਦਾ ਹੁਕਮ ਮੰਨ ਕੇ, ਸੰਗਤ ਦਾ ਆਦੇਸ਼ ਮੰਨ ਕੇ ਪਹਿਲਾ ਸਕੂਲ ਸਥਾਪਿਤ ਕੀਤਾ ਗਿਆ ਮੁਕਤਸਰ ਦਾ, ਅਕਾਲ ਅਕੈਡਮੀ ਮੁਕਤਸਰ। ਉੱਥੇ ਵੀ ਇਸੇ ਤਰ੍ਹਾਂ ਸਾਰੇ ਬੱਚੇ ਸਕੂਲ ਆਉਣ ਤੋਂ ਬਾਅਦ ਨਿਤਨੇਮ ਕਰਦੇ ਸੀ ਤੇ ਫਿਰ ਉਸ ਤੋਂ ਬਾਅਦ ਨੇ ਦੁਨਿਆਵੀ ਪੜ੍ਹਾਈ ਸ਼ੁਰੂ ਕਰ ਲੈਂਦੇ ਸੀਗੇ। ਤੇ ਉਹ ਐਕਸਪੈਰੀਮੈਂਟ ਵੀ ਬੜਾ ਸਕਸੈਸਫੁਲ ਹੋਇਆ, ਲੋਕਾਂ ਨੇ ਬਹੁਤ ਉਹ ਐਕਸੈਪਟ ਕੀਤਾ ਕਿ ਵੀ ਇਹ ਇੱਥੇ ਸਾਡੇ ਬੱਚੇ ਸੰਭਲ ਰਹੇ ਹਨ, ਗੁਰਸਿੱਖੀ ਨਾਲ ਜੁੜ ਰਹੇ ਹਨ। ਤੇ ਉਸ ਤੋਂ ਬਾਅਦ ਫਿਰ 1993 ਤੋਂ ਲੈ ਕੇ ਤੇ 2004 ਤੱਕ 16 ਸਕੂਲ ਇਸ ਤਰ੍ਹਾਂ ਵੱਖ-ਵੱਖ ਸਥਾਨਾਂ 'ਤੇ ਸਥਾਪਿਤ ਹੋ ਗਏ ਜੀ। ਤੇ ਉਸ ਡਾਕਟਰ ਸਾਹਿਬ ਇੱਕ ਅੱਗੇ ਵਧਣ ਤੋਂ ਪਹਿਲਾਂ ਮੈਂ ਸਮਝਦਾ ਇੱਕ ਸਵਾਲ ਮਿਸ ਨਾ ਮੈਂ ਕਰ ਜਾਵਾਂ, ਉਹ ਇਹ ਸੀਗਾ ਕਿ ਤੁਸੀਂ ਇੱਕ ਮੈਡੀਕਲ ਲਾਈਨ ਤੋਂ ਇੱਕ ਮੈਡੀਕਲ ਡਾਕਟਰ ਸੀਗੇ ਤੇ ਇੱਧਰ ਕਿਵੇਂ ਆ ਗਏ? ਕਿਉਂਕਿ ਜੇ ਮੈਂ ਬਹੁਤ ਅੱਗੇ ਚਲਾ ਗਿਆ ਫਿਰ ਉਹ ਸਵਾਲ ਕੁਝ ਗੱਲਾਂ ਰਿਪੀਟ ਹੋਣਗੀਆਂ, ਮੈਂ ਸਮਝਦਾ ਇਸ ਵੇਲੇ ਇਟਸ ਅ ਰਾਈਟ ਟਾਈਮ। ਜੀ 87-88 ਦੀ ਗੱਲ ਹੈ ਜੀ ਕਿ ਬਾਬਾ ਇਕਬਾਲ ਸਿੰਘ ਜੀ ਦਿੱਲੀ ਆਏ ਸੀ ਸਾਡੇ ਕਾਲੋਨੀ ਜਿੱਥੇ ਅਸੀਂ ਰਹਿੰਦੇ ਹਾਂ, ਸੈਨਿਕ ਵਿਹਾਰ। ਉੱਥੇ ਮੇਜਰ ਬਰਿੰਦਰ ਸਿੰਘ ਰਹਿੰਦੇ ਸੀਗੇ ਤੇ ਉਹਨਾਂ ਦੇ ਘਰ ਬਾਬਾ ਜੀ ਆਇਆ ਜਾਇਆ ਕਰਦੇ ਸੀਗੇ, ਬਾਬਾ ਇਕਬਾਲ ਸਿੰਘ ਜੀ। ਤੇ ਉਹਨਾਂ ਨੇ ਇੱਕ ਦਿਨ ਵੈਸੇ ਮੈਨੂੰ ਟੈਲੀਫੋਨ ਤੇ ਕਿਹਾ ਕਿ ਵੀ ਡਾਕਟਰ ਸਾਹਿਬ ਮਹਾਂਪੁਰਸ਼ ਆ ਰਹੇ ਹਨ, ਆਪ ਆ ਕੇ ਦਰਸ਼ਨ ਕਰੋ। ਤੇ ਦਾਸ ਦੇ ਮਨ ਵਿੱਚ ਉਦੋਂ ਜੋ ਆਮ ਸਿੰਘ ਸਭਾਵਾਂ ਦਾ ਜਾਂ ਮਿਸ਼ਨਰੀਜ਼ ਦਾ ਪ੍ਰਚਾਰ ਸੀਗਾ ਉਹ ਬੜਾ ਦ੍ਰਿੜ ਸੀਗਾ ਕਿ ਬਈ ਸਾਡੇ ਗੁਰੂ ਗ੍ਰੰਥ ਸਾਹਿਬ ਹਨ ਤੇ ਸੰਤ ਜਾਂ ਮਹਾਂਪੁਰਸ਼ ਕੋਈ ਨਹੀਂ ਹੁੰਦੇ, ਇਹ ਕੇਵਲ ਪਖੰਡੀ ਹੁੰਦੇ ਹਨ ਤੇ ਲੋਕਾਂ ਨੂੰ ਫਲੀਸ ਕਰਦੇ ਹਨ, ਉਹਨਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ, ਸਿਰਫ ਇਹੀ ਇਹਨਾਂ ਦਾ ਆਬਜੈਕਟਿਵ ਹੁੰਦਾ ਹੈ। ਮੈਂ ਇਹ ਧਾਰਨਾ ਲੈ ਕੇ, ਪਰ ਕਿਉਂਕਿ ਸੋਸ਼ਲ ਓਬਲੀਗੇਸ਼ਨ ਸੀ ਕਿ ਉੱਥੇ ਜਾਣਾ ਸੀਗਾ ਤੇ ਮੈਂ ਉੱਥੇ ਪਹੁੰਚ ਗਿਆ। ਪਰ ਜਦ ਬਾਬਾ ਇਕਬਾਲ ਸਿੰਘ ਨੇ ਦਰਸ਼ਨ ਕੀਤੇ ਤੇ ਦੇਖਿਆ ਕਿ ਇਹਨਾਂ ਨੇ ਹਾਈਐਸਟ ਐਜੂਕੇਸ਼ਨ ਜੋ ਲੈਂਡ ਆਫਰ ਕਰਦਾ ਹੈਗਾ ਉਹ ਲਈ ਹੈਗੀ, ਨਾਲ ਨਾਲ ਸਭ ਤੋਂ ਉੱਚੇ ਅਹੁਦੇ ਤੋਂ ਸਟੇਟ ਦੇ ਡਾਇਰੈਕਟਰ ਐਗਰੀਕਲਚਰ ਰਿਟਾਇਰ ਹੋਏ ਹਨ ਤੇ ਫਿਰ ਵੀ ਇਸ ਤਰ੍ਹਾਂ ਇਸ ਵੇਸ਼ਭੂਸ਼ਾ ਛਾਣ ਔਰ ਇਸ ਤਰ੍ਹਾਂ ਜੁੜੇ ਹੋਏ ਹਨ ਪਰਮਾਤਮਾ ਨਾਲ। ਤੇ ਮੈਨੂੰ ਲੱਗਿਆ ਕਿ ਵੀ ਇਹ ਜ਼ਰੂਰ ਫਰਦਰ ਐਕਸਪਲੋਰ ਕਰਨ ਦੀ ਚੀਜ਼ ਹੈਗੀ। ਇਹ ਮਤਲਬ ਮੈਂ ਇਹਨੂੰ ਡਿਸਮਿਸ ਨਹੀਂ ਕਰ ਸਕਦਾ ਇਸ ਗੱਲ ਨੂੰ। ਫਿਰ ਬਾਬਾ ਜੀ ਨੇ ਇੱਕੋ ਗੱਲ ਕੀਤੀ, ਥੋੜ੍ਹੀ ਦੇਰ ਹੀ ਬਾਬਾ ਜੀ ਬੈਠੇ ਸੀਗੇ ਕਿ ਵੀ ਬੜੂ ਸਾਹਿਬ ਆਓ। ਤੇ ਦਾਸ ਤੇ ਮੇਰੇ ਵੱਡੇ ਬ੍ਰਦਰ ਡਾਕਟਰ ਬਲਜੀਤ ਸਿੰਘ, ਅਸੀਂ ਫਿਰ ਦੋਨੋਂ ਉੱਥੇ ਪਹੁੰਚੇ ਜੀ ਬੜੂ ਸਾਹਿਬ। ਤੇ ਜਦ ਪਹੁੰਚੇ ਤੇ ਇੱਕਦਮ ਅਸੀਂ ਸਤੰਭਿਤ ਰਹਿ ਗਏ ਕਿ ਬਈ ਕੋਈ ਰਿਸੋਰਸਿਸ ਨਹੀਂ ਸੀਗੇ, ਛੋਟੀ ਜਿਹੀ ਬਿਲਡਿੰਗ ਬਣੀ ਹੋਈ ਸੀਗੀ, 100 ਦੇ ਕਰੀਬ ਬੱਚੇ ਉੱਥੇ ਰਹਿ ਰਹੇ ਸੀਗੇ, ਕੁਝ ਸੇਵਾਦਾਰਨੀਆਂ ਉੱਥੇ ਬੱਚੀਆਂ ਉਹਨਾਂ ਦੀ ਸੇਵਾ ਕਰ ਰਹੀਆਂ ਸੀਗੀਆਂ, ਲੰਗਰ ਵੀ ਉਹੀ ਪਕਾਉਂਦੀਆਂ ਸੀ, ਉਹੀ ਛਕਾਉਂਦੀਆਂ ਸੀਗੀਆਂ, ਉਹੀ ਬੱਚਿਆਂ ਦੇ ਕੱਪੜੇ ਸਾਫ਼ ਕਰਦੇ ਸੀਗੇ। ਬਾਬਾ ਜੀ ਆਪ 3-4 ਮਜ਼ਮੂਨ ਆਪ ਪੜ੍ਹਾਉਂਦੇ ਸੀਗੇ ਤੇ ਅਗੇਂਸਟ ਆਲ ਆਡਸ ਕਿਸ ਤਰ੍ਹਾਂ ਇੱਕ ਵਿਅਕਤੀ ਜਿਸ ਨੂੰ ਜਨੂਨ ਸਵਾਰ ਹੋਇਆ ਕਿ ਮੈਂ ਆਪਣੇ ਇਸ਼ਟ ਦਾ, ਮੈਂ ਆਪਣੇ ਗਾਈਡ ਦਾ, ਮੈਂਟਰ ਦਾ ਬਚਨ ਪਾਲਨ ਕਰਨਾ ਹੈਗਾ, ਤੇ ਉਸ ਜੁਟੇ ਹੋਏ ਸੀਗੇ ਇਹ ਆਪਣਾ ਸੁਪਨਾ ਸਾਕਾਰ ਕਰਨ ਦਾ, ਸੰਤ ਤਤ ਸਿੰਘ ਮਹਾਰਾਜ ਜੀ ਦਾ। ਸੋ ਵੀ ਵਰ ਕੰਪਲੀਟਲੀ ਕੈਪਟੀਵੇਟਡ ਕਿ ਵੀ ਇਹ ਆਮ ਚੀਜ਼ ਨਹੀਂ ਹੈ ਜੋ ਹੋ ਰਹੀ ਹੈ,
ਤੇ ਫਿਰ ਅਸੀਂ ਮਹਾਂਪੁਰਸ਼ਾਂ ਨੂੰ ਪੁੱਛਿਆ ਜੀ ਕਿ ਸਾਡੇ ਲਈ ਕੀ ਹੁਕਮ ਹੈ, ਕੀ ਅਸੀਂ ਕੀ ਕਰ ਸਕਦੇ ਹਾਂ। ਤੇ ਬਾਬਾ ਜੀ ਨੇ ਇਹ ਕਿਹਾ ਤੁਸੀਂ ਆਪ ਦੇਖ ਲਓ ਕੀ ਤੁਸੀਂ ਕਰ ਸਕਦੇ ਹੋ। ਤੇ ਫਿਰ ਅਸੀਂ 3 ਬ੍ਰਦਰਸ ਹੈਗੇ ਜੀ, ਤਿੰਨੋਂ ਅਸੀਂ ਡਾਕਟਰ ਹੈਗੇ, ਤੇ ਅਸੀਂ ਵਾਰੀ ਆਉਣਾ ਇੱਥੇ ਬੱਚਿਆਂ ਦੇ ਇਹ ਵੈਕਸੀਨੇਸ਼ਨ ਹੋਰ ਅੱਖਾਂ ਚੈੱਕ ਕਰਨੀਆਂ ਔਰ ਇਹ ਸਭ ਕੰਮ ਕਰਨ ਲੱਗ ਪਏ ਜੀ। ਤੇ ਇਸ ਤਰ੍ਹਾਂ 3-4 ਸਾਲ ਲੰਘਦੇ ਗਏ ਜੀ। ਫਿਰ 93 ਵਿੱਚ 92 ਦਸੰਬਰ ਦੇ ਆਸ-ਪਾਸ ਬਾਬਾ ਜੀ ਦਾ ਆਦੇਸ਼ ਹੀ ਹੋ ਗਿਆ ਕਿ ਵੀ ਤੁਸੀਂ ਹੁਣ ਹੋਰ ਸਮਾਂ ਲਗਾਓ ਇੱਥੇ ਬੜੂ ਸਾਹਿਬ ਵਿੱਚ। ਫਿਰ ਦਾਸ ਨੇ ਪੁੱਛਿਆ ਜੀ ਕਿ ਵੀ ਮੈਂ ਰਿਜ਼ਾਈਨ ਕਰਾਂ ਜਾਂ ਛੁੱਟੀ ਲੈ ਕੇ ਆ ਜਾਵਾਂ। ਤੇ ਬਾਬਾ ਜੀ ਕਹਿੰਦੇ ਵੀ ਕਿੰਨੀ ਛੁੱਟੀ ਮਿਲ ਜਾਏਗੀ। ਤੇ ਮੈਂ ਕਿਹਾ ਜੀ ਸਰਕਾਰੀ ਨੌਕਰੀ ਹੈ, ਕੋਈ ਸਾਲ ਤੇ ਕੋਈ ਪੁੱਛਦਾ ਹੀ ਨਹੀਂ ਹੈਗਾ। ਤੇ ਫਿਰ ਬਾਬਾ ਜੀ ਨੇ ਕੁਝ क्षण ਅੱਖਾਂ ਬੰਦ ਕੇ ਸੋਚਦੇ ਰਹੇ। ਫਿਰ ਕਹਿੰਦੇ ਵੀ ਤੂੰ ਰਿਜ਼ਾਈਨ ਕਰਕੇ ਆ ਜਾ, ਕਿ ਜੇ ਰਿਜ਼ਾਈਨ ਨਹੀਂ ਕਰੇਗਾ ਤਾਂ ਦੁਬਿਧਾ 'ਚ ਰਹੇਗਾ ਐਂਡ ਡਬਲ ਮਾइंड इज़ अ ट्रबल माइंड। ਤੇ ਬਸ ਜਿਸ ਤਰ੍ਹਾਂ ਹੀ ਆਦੇਸ਼ ਹੋਇਆ ਤੇ ਫਿਰ ਨੈਕਸਟ ਡੇ ਮੈਂ ਔਰ ਮੇਰੇ ਮਿਸਿਸ ਡਾਕਟਰ ਨੀਲਮ ਦੋਨੋਂ ਹੀ ਉੱਥੇ ਸੀਗੇ ਜਦ ਬਾਬਾ ਜੀ ਨੇ ਬਚਨ ਕੀਤੇ। ਤੇ ਨੈਕਸਟ ਡੇ ਹੀ ਮੈਂ ਫਿਰ ਆਪਣੇ ਪੇਪਰਸ ਪੁੱਟ ਅਪ ਕਰਤੇ ਗਵਰਨਮੈਂਟ ਜੌਬ ਦੇ। ਤੇ ਤੁਸੀਂ ਡਾਕਟਰ ਸਾਹਿਬ ਕਿੱਥੇ ਸੀ, ਸਰਵਿੰਗ ਕਿੱਥੇ ਸੀ ਉਸ ਵੇਲੇ ਤੇ? ਉਸ ਵੇਲੇ ਜੀ ਮੈਂ ਦਿੱਲੀ ਕੰਮ ਕਰਦਾ ਸੀਗਾ ਜੀ। ਉੱਥੇ ਦਿੱਲੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਹੈਗਾ ਜੀ, ਉੱਥੇ ਮੈਂ ਲੱਗਿਆ ਹੋਇਆ ਸੀਗਾ ਜੀ। ਤੇ ਫਿਰ ਮੈਂ ਰਿਜ਼ਾਈਨ ਕਰਨ ਤੋਂ ਬਾਅਦ ਹੀ ਆਪਣੇ ਪੇਰੈਂਟਸ ਨੂੰ ਦੱਸਿਆ ਜੀ ਕਿ ਮੈਂ ਰਿਜ਼ਾਈਨ ਕਰ ਦਿੱਤਾ ਹੈਗਾ। ਐਡਾ ਬੋਲਡ ਸਟੈਪ ਲਿਆ ਤੇ ਕਿਉਂਕਿ ਉਹਨਾਂ ਦਾ ਆਪਣੇ ਉਹਨਾਂ ਦੇ ਸੀਗੇ ਐਸਪੀਰੇਸ਼ਨਸ ਕਿ ਵੀ ਸਾਡਾ, ਕਿਉਂਕਿ ਮੇਰੇ ਫਾਦਰ ਆਰਮੀ ਸੀਗੇ ਜੀ, ਸਾਰਾ ਟਾਈਮ ਉਹ ਲਗਭਗ ਬਾਹਰ ਹੀ ਰਹੇ ਪੋਸਟਡ। ਤੇ ਉਹਨਾਂ ਦੀ ਇੱਛਾ ਸੀ ਕਿ ਵੀ ਬੱਚੇ ਹੁਣ ਪੜ੍ਹ ਗਏ ਹੈਗੇ, ਗ੍ਰੈਂਡ ਚਿਲਡਰਨ ਹੋ ਗਏ ਹੈਗੇ ਤੇ ਨਾਲ ਰਹਿਣ। ਤੇ ਪਰ ਜਿਸ ਤਰ੍ਹਾਂ ਮਹਾਂਪੁਰਸ਼ਾਂ ਦੀ ਚੋਜ ਸੀਗੀ, ਉਹਨਾਂ ਨੇ ਕੁਝ ਹੋਰ ਖੇਡ ਖਿਡਾਣੀ ਸੀਗੀ, ਤੇ ਬਸ ਉਹਨਾਂ ਨੇ ਆਪ ਹੀ ਹੱਥ ਫੜ ਕੇ ਬੁਲਾ ਕੇ ਬਿਠਾ ਲਿਆ ਜੀ ਉੱਥੇ। ਸੋ ਕਾਫੀ ਮਤਲਬ ਤੁਸੀਂ ਵੀ ਇੱਕ ਬੋਲਡ ਸਟੈਪ ਲਿਆ। ਮਤਲਬ ਵੇਖੋ ਮੈਂ ਸਮਝਦਾ ਕਿ ਆਫਟਰ ਰਿਟਾਇਰਮੈਂਟ ਆਉਣਾ ਤਾਂ ਇੱਕ ਹੋਰ ਗੱਲ ਹੈ, ਪਰ ਖੁਦ ਰਿਜ਼ਾਈਨ ਕਰਨਾ ਇਹ ਵੀ ਬੜਾ ਸਟਰੋਂਗ ਸਟੈਪ ਸੀਗਾ। ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਜਾਂ ਤੁਹਾਡੇ ਵਾਈਫ ਨੂੰ ਇਹ ਸਟੈਪ ਲੈਣ ਲਈ? ਕੀ ਮਨ 'ਚ ਆਇਆ ਫਿਰ? ਮੇਰੀ ਜਿਸ ਚੀਜ਼ ਦੀ ਬੜੀ ਕਨਵਿਕਸ਼ਨ ਹੈਗੀ ਕਿ ਆਦਮੀ ਨੂੰ ਭੁਲੇਖਾ ਹੀ ਹੁੰਦਾ ਜੀ ਕਿ ਵੀ ਮੈਂ ਇਹ ਸਟੈਪ ਲੈ ਰਿਹਾ ਜਾਂ ਮੈਂ ਬੋਲਡ ਸਟੈਪ ਲਿਆ ਜਾਂ ਮੈਂ ਰਿਜ਼ਾਈਨ ਕੀਤਾ। ਇਹ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੀ ਹੁੰਦੀ ਹੈ ਜੀ। ਤੁਰੋਂ ਉਹਨਾਂ ਨੇ ਲਿਖਿਆ ਹੁੰਦਾ ਹੈਗਾ, ਜਿਸ ਤੋਂ ਉਹਨਾਂ ਨੇ ਸੇਵਾ ਕਰਵਾਉਣੀ ਆਪ ਕਰਵਾ ਹੀ ਲੈਂਦੇ ਹਨ। ਸਾਨੂੰ ਹੀ ਭੁਲੇਖਾ ਹੁੰਦਾ ਜੀ ਕਿ ਮੈਂ ਸਟੈਪ ਲੈ ਲਿਆ ਹੈ ਜਾਂ ਮੇਰੀ ਇਹ ਸੋਚਣੀ ਆ ਗਈ, ਮੈਨੂੰ ਥਾਟ ਆ ਗਿਆ। ਮੈਨੂੰ ਯਾਦ ਹੈ ਜਿੱਥੇ ਆਉਣ ਤੋਂ ਬਾਅਦ ਫਿਰ ਉਸੇ ਕੰਮ ਜੁਟ ਗਏ ਅਸੀਂ ਸਾਰੇ, ਅਸੀਂ ਦੋਨੋਂ, ਮੈਂ ਤੇ ਮੇਰੇ ਮਿਸਿਸ। ਖਿਆਲ ਹੀ ਨਹੀਂ ਰਹਿੰਦਾ ਸੀਗਾ ਵੀ ਸਵੇਰ ਹੈ ਰਾਤ ਹੈ, ਜਿਹੜਾ ਕੰਮ ਸਾਹਮਣੇ ਆਇਆ ਕਰਨ ਲੱਗ ਪਏ। ਤੇ ਇੱਕ ਵਾਰੀ ਬਾਬਾ ਜੀ ਨੇ ਸਾਲ ਬਾਅਦ ਪੁੱਛਿਆ ਵੀ ਦਿਲ ਲੱਗ ਗਿਆ ਹੈਗਾ? ਤੇ ਸਹਿਜ ਸਹਿਜ ਮੇਰੇ ਮੁਖ ਚੋਂ ਇਹ ਨਿਕਲਿਆ ਕਿ ਮਹਾਰਾਜ ਇਹ ਕਦੀ ਖਿਆਲ ਹੀ ਨਹੀਂ ਆਇਆ ਕਿ ਦਿਲ ਲੱਗਿਆ ਕਿ ਨਹੀਂ ਲੱਗਿਆ। ਇਤਨਾ ਰਜੇਵਾਂ ਸੀਗਾ ਜੀ। ਰਜੇਵਾਂ ਇੰਨਾ ਸੀ। ਬਿਲਕੁਲ ਇਹ ਗੱਲ ਬੜੀ ਕੁਦਰਤੀ ਹੁੰਦੀ ਹੈ ਕਿ ਜਿਹੜਾ ਸੇਵਾ ਨੂੰ ਸਮਰਪਿਤ ਹੈ ਜਾਂ ਜਿਹਨੂੰ ਕੰਮ ਕਰਨ ਦਾ ਸ਼ੌਕ ਹੈ, ਜਿਹੜਾ ਕੰਮ ਕਰਨਾ ਚਾਹੁੰਦਾ, ਉਹਦੇ ਵਾਸਤੇ ਬਹੁਤ ਕੰਮ ਹੁੰਦਾ। ਤੇ ਜਿੰਨੇ ਸਿਰਫ ਬਹਾਨੇ ਕੱਢਣੇ ਹੁੰਦੇ ਉਹਦੇ ਉਹ ਸਾਰਾ ਕੁਝ ਹੁੰਦਿਆਂ ਵੀ ਵਿਹਲਾ ਬੈਠਾ ਰਹਿੰਦਾ। ਪਰ ਇਹ ਡੈਡੀਕੇਟਿਡ ਹੁੰਦੇ ਹੋਏ ਇੱਕ ਬਹੁਤ ਉੱਚ ਅਹੁਦੇ 'ਤੇ ਬਹੁਤ ਵਧੀਆ ਕਾਲਜ ਦੇ ਵਿੱਚ ਉੱਥੇ ਸਾਰੀ ਸਰਵਿਸ ਕਰਦੇ ਹੋਏ ਇੱਕ ਬੜੀ ਵੱਡੀ, ਮੈਂ ਸਮਝਦਾ ਕਿ ਇੱਕ ਯੂਨੀਕ ਉਦਾਹਰਣ ਹੈ ਸਾਡੇ ਸਾਹਮਣੇ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ ਫਿਰ ਇਹ ਸਫ਼ਰ ਤਾਂ ਜਿਹੜਾ ਐਜੂਕੇਸ਼ਨ ਦਾ ਜਿਹੜੀ ਆ ਤੁਸੀਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਜੀ, ਬੜੇ ਰਿਮੋਟ ਏਰੀਏ ਤੋਂ ਤੁਸੀਂ ਇਹ ਸਾਰਾ ਸ਼ੁਰੂ ਕੀਤਾ। ਹਾਂਜੀ, ਰਿਮੋਟ ਤੇ ਲੋਕੇਸ਼ਨ ਸੀਗੀ ਜੀ, ਚੈਲੰਜਸ ਬਹੁਤ ਸੀਗੇ ਜੀ। ਪਰ ਮਹਾਰਾਜ ਦੀ ਬਖਸ਼ਿਸ਼ ਨਾਲ ਜਿਵੇਂ ਕਿ ਸੰਤ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਆਪ ਹੀ ਕਰਵਾ ਰਹੇ ਸੀਗੇ ਜੀ ਸਾਰੇ ਕੰਮ। ਕਦੀ ਭੁਲੇਖੇ ਨਾਲ ਵੀ ਸਾਨੂੰ ਇਹ ਅਸੀਂ ਅਹਿਸਾਸ ਨਹੀਂ ਕੀਤਾ ਜਾਂ ਨਾ ਹੀ ਮਨ 'ਚ ਆਇਆ ਕਿ ਵੀ ਅਸੀਂ ਇਹ ਕਰ ਰਹੇ ਹਾਂ। ਜੋ ਕੰਮ ਹੋ ਰਿਹਾ ਹੈਗਾ, ਜੋ ਵੀ ਅਸੀਂ ਦੇਖ ਰਹੇ ਹਾਂ, ਜੋ ਇੱਥੇ ਕ੍ਰੀਏਸ਼ਨ ਸਾਰੀ ਹੈਗੀ, ਇਹ ਕਲਗੀਆਂ ਵਾਲਿਆਂ ਨੇ ਆਪ ਹੀ ਕਰਵਾਈ ਹੈਗੀ। ਇਹ ਵੱਖਰੀ ਗੱਲ ਹੈ ਜੀ ਕਿ ਉਹਨਾਂ ਨੇ ਇਹ ਕੁਛ ਚੰਦ ਲੋਕਾਂ ਨੂੰ ਚੁਣ ਲਿਆ ਜਿਨ੍ਹਾਂ ਦੇ ਥਰੂ ਉਹ ਕਰਵਾ ਰਹੇ ਹੈਗੇ, ਉਹ ਵੱਖਰੀ ਗੱਲ ਹੈ। ਪਰ ਸਾਡੇ ਕਿਸੇ ਦੇ ਵੀ ਮਨਾਂ ਵਿੱਚ ਜਿੰਨੇ ਵੀ ਇੱਥੇ ਸੇਵਾ ਜੁਟੇ ਹੋਏ ਆ, ਕਦੀ ਇਹ ਖਿਆਲ ਨਹੀਂ ਆਇਆ ਕਿ ਵੀ ਅਸੀਂ ਇਹ ਕਰ ਰਹੇ ਹਾਂ ਜਾਂ ਸਾਡੀ ਡੈਡੀਕੇਸ਼ਨ ਜਾਂ ਡਿਵੋਸ਼ਨ ਨਾਲ ਇਹ ਅਚੀਵ ਹੋ ਰਿਹਾ ਹੈ। ਇਹ ਡੈਡੀਕੇਸ਼ਨ ਵੀ ਮਹਾਰਾਜ ਆਪ ਕਰਾ ਰਹੇ ਹਨ, ਡਿਵੋਸ਼ਨ ਵੀ ਉਹੀ ਦੇ ਰਹੇ ਹਨ, ਸਿੰਸੈਰਿਟੀ ਵੀ ਉਹੀ ਦੇ ਰਹੇ ਹਨ, ਤੇ ਆਪ ਹੀ ਕਰਵਾ ਰਹੇ ਹਨ। ਜਿਹੜਾ ਉਹਨਾਂ ਦਾ ਆਪਣਾ ਕਾਰਜ ਹੈ ਉਹ ਆਪ ਕਰਵਾ ਰਹੇ ਹਨ। ਸੋ ਉਸੀ ਆਬਜੈਕਟਿਵ ਨਾਲ ਨਾ ਜੀ ਅਸੀਂ ਇਹ ਜਿਹੜਾ ਸਕੂਲ ਜਦ ਖੁੱਲ੍ਹਣੇ ਸ਼ੁਰੂ ਹੋਏ ਤੇ ਰਿਸੋਰਸਿਸ ਬਹੁਤ ਘੱਟ ਸੀਗੇ ਜੀ। 1993 ਤੋਂ ਲੈ ਕੇ ਜੀ 2004 ਤੱਕ 16 ਸਕੂਲ ਬਣ ਗਏ ਜੀ।
ਫਿਰ ਜਿਹੜਾ ਇਹਨਾਂ ਨੂੰ, ਕਿਉਂਕਿ ਜੋ ਸਕੂਲ ਗਰੋ ਕਰਦਾ ਹੈਗਾ, ਹਰ ਸਾਲ ਇੱਕ ਸਕੂਲ ਦੇ 5-6 ਕਮਰੇ ਸਾਨੂੰ ਬਣਾਉਣੇ ਪੈਂਦੇ ਹਨ ਜੀ। ਅਸੀਂ ਬੱਚੇ ਜਦ ਸ਼ੁਰੂ ਦਾਖਲਾ ਕਰਦੇ ਹਾਂ, ਸੈਕਿੰਡ ਤੱਕ ਸਕੂਲ ਸ਼ੁਰੂ ਕਰਦੇ ਹਾਂ ਜੀ, ਉਸ ਤੋਂ ਬਾਅਦ ਇੱਕ ਕਲਾਸ ਵਧਾਉਂਦੇ ਰਹਿੰਦੇ ਹਾਂ। ਸੋ ਹਰ ਸਾਲ 5 ਕਮਰੇ ਸਕੂਲ ਦੇ ਬਣਾਉਣੇ ਪੈਂਦੇ ਹਨ। ਸੋ 16 ਸਕੂਲ ਹੋ ਗਏ ਸੀਗੇ, ਤਕਰੀਬਨ 70-80 ਕਮਰੇ ਸਾਨੂੰ ਬਣਾਉਣੇ ਪੈਂਦੇ ਸੀਗੇ ਜੀ। ਤੇ 40-50 ਕਮਰੇ ਸਾਨੂੰ ਰੋਜ਼ ਹਰ ਸਾਲ ਬਣਾਉਣੇ ਪੈਂਦੇ ਸੀਗੇ ਬੜੂ ਸਾਹਿਬ ਦੇ। ਤੋਂ ਬੜੇ ਲਿਮਿਟਿਡ ਰਿਸੋਰਸਿਸ ਹੁੰਦੇ ਸੀਗੇ ਜੀ ਇਤਨੀ ਕੰਸਟਰਕਸ਼ਨ ਕਰਾਉਣ ਵਾਸਤੇ। ਇੱਕ ਕਮਰਾ ਉਦੋਂ ਤਕਰੀਬਨ 4-5 ਲੱਖ ਦਾ ਬਣਦਾ ਸੀਗਾ ਜੀ, ਹੁਣ ਤੇ 8-9 ਲੱਖ ਲੱਗ ਜਾਂਦਾ ਹੈਗਾ। ਤੇ ਅਸੀਂ ਮਸਾਂ ਉਹ ਪੂਰਾ ਕਰਦੇ ਸੀਗੇ ਜੀ। 2004 ਤੋਂ ਬਾਅਦ ਫਿਰ ਅਸੀਂ ਬ੍ਰੇਕ ਲਗਾ ਲਈ ਕਿ ਵੀ ਹੁਣ ਹੋਰ ਪੋਸੀਬਲ ਨਹੀਂ ਹੈਗਾ ਜਦ ਤੱਕ ਇਹ ਸਕੂਲ ਆਪਣੇ ਆਪ ਸੈਲਫ ਸਫੀਸ਼ੀਐਂਟ ਨਹੀਂ ਹੋ ਜਾਂਦੇ, ਹੋਰ ਦੂਜੇ ਸਕੂਲਸ ਦੀ, ਫਰੈਸ਼ ਸਕੂਲਸ ਦੀ ਕੰਸਟਰਕਸ਼ਨ ਹੈਂਡਲ ਨਹੀਂ ਕਰ ਪਾਉਂਦੇ, ਅਫੋਰਡ ਨਹੀਂ ਕਰ ਪਾਉਂਦੇ, ਉਸ ਵਾਸਤੇ ਸੇਵਿੰਗਸ ਨਹੀਂ ਦੇ ਪਾਉਂਦੇ। ਪਰ 2007 ਵਿੱਚ ਕੁਝ ਸੰਗਤ ਆਈ ਜੀ ਬਾਬਾ ਜੀ ਕੋਲ, ਜਨਵਰੀ ਦਾ ਮਹੀਨਾ ਸੀਗਾ, ਠੰਡ ਸੀਗੀ। ਤੇ ਬਾਬਾ ਜੀ ਨੂੰ ਕਹਿੰਦੇ ਕਿ ਮਹਾਰਾਜ ਸਾਡੇ ਬੱਚੇ ਨਸ਼ਿਆਂ ਵੱਲ ਤੁਰ ਪਏ ਹੈਗੇ ਪੰਜਾਬ ਦੇ, ਤੇ ਕੁਝ ਕਰੋ ਇਸ ਦਾ। ਫਿਰ ਬਾਬਾ ਜੀ ਦੇ ਮਨ 'ਚ ਆਇਆ ਕਿ ਵੀ ਅਸੀਂ ਜੇ ਇੱਥੇ ਹੱਥ ਰੱਖ ਕੇ ਬੈਠੇ ਰਵਾਂਗੇ ਤੇ ਪੰਜਾਬ ਦੇ ਬੱਚੇ ਗਲਤਾਨ ਹੋ ਰਹੇ ਹੈਗੇ ਨਸ਼ਿਆਂ ਵਿੱਚ, ਤੇ ਇਹ ਅਸੀਂ ਜਾ ਕੇ ਫਿਰ ਕਲਗੀਆਂ ਵਾਲਿਆਂ ਨੂੰ ਕੀ ਮੂੰਹ ਦਿਖਾਵਾਂਗੇ ਕਿ ਅਸੀਂ ਬੈਠੇ ਰਹੇ, ਉਹ ਬੱਚੇ ਸਾਡੇ ਰੁਲਦੇ ਰਹੇ। ਤੇ ਫਿਰ ਬਾਬਾ ਜੀ ਨੇ ਕਿਹਾ ਵੀ ਅਸੀਂ ਹੁਣ ਇਹ ਸਕੂਲ ਖੋਲ੍ਹਣੇ ਹੈਗੇ, ਸੰਗਤ ਆਈ ਹੈਗੀ, ਅਸੀਂ ਇਹਨਾਂ ਨੂੰ ਮੋੜਨਾ ਨਹੀਂ ਹੈਗਾ। ਤੇ ਬਾਬਾ ਜੀ ਨੇ ਬੁਲਾਇਆ ਦਾਸ ਨੂੰ ਕਿ ਵੀ ਸਾਡੇ ਕੋਲ ਕਿੰਨੇ ਕੁ ਰਿਸੋਰਸਿਸ ਹੈਗੇ ਇਹ ਕਰਨ ਵਾਸਤੇ। ਮੈਂ ਕਿਹਾ ਮਹਾਰਾਜ ਸਾਡਾ ਬਜਟ ਬਿਲਕੁਲ ਪਰਮਿਟ ਨਹੀਂ ਕਰਦਾ ਕਿ ਅਸੀਂ ਹੁਣ ਕੋਈ ਹੋਰ ਸਕੂਲ ਖੋਲੀਏ। ਫਿਰ ਬਾਬਾ ਜੀ ਨੇ ਕਿਹਾ ਵੀ ਅਸੀਂ ਫਿਰ ਸਕੂਲ ਤੇ ਖੋਲ੍ਹਣੇ ਹੈਗੇ, ਤੇ ਜੇ ਬਜਟ ਤੁਹਾਡਾ ਪਰਮਿਟ ਨਹੀਂ ਕਰ ਰਿਹਾ ਫਿਰ ਅਸੀਂ ਬੈਂਕਾਂ ਤੋਂ ਲੋਨ ਲਈਏ। ਦਾਸ ਦੀ ਬੜੀ ਛੋਟੀ ਜੀ ਵਿਜ਼ਨ ਸੀਗੀ ਉਦੋਂ ਕਿ ਵੀ ਲੋਨ ਲੈ ਕੇ ਕਦੀ ਖਿਆਲ ਹੀ ਨਹੀਂ ਆਇਆ ਕਿ ਵੀ ਚੈਰਿਟੀ ਵੀ ਲੋਨ ਲੈ ਕੇ ਕੀਤੀ ਜਾ ਸਕਦੀ ਹੈਗੀ। ਚੈਰਿਟੀ ਦਾ ਕੰਮ ਤੇ ਇਹਨੇ ਕਿ ਵੀ ਪੈਸੇ ਇਕੱਠੇ ਕੀਤੇ ਸੰਗਤ ਤੋਂ, ਤੇ ਤੁਸੀਂ ਜਿੰਨੇ ਪੈਸੇ ਆਏ ਉਹ ਖਰਚ ਕਰ ਦਿੱਤੇ। ਇੱਕ ਨਵਾਂ ਕਨਸੈਪਟ ਮਹਾਂਪੁਰਸ਼ਾਂ ਨੇ ਦੇ ਦਿੱਤਾ ਕਿ ਵੀ ਲੋਨ ਲਓ ਤੇ ਉਸ ਦੇ ਬੇਸਿਸ ਤੇ ਸਕੂਲ ਬਣਾਓ, ਸਕੂਲ ਬਣਾਉਣੇ ਹੈਗੇ। ਬਾਬਾ ਜੀ ਕਹਿੰਦੇ ਕਿ ਵੀ ਜਿਹੜੀ ਪ੍ਰੋਬਲਮ ਪੰਜਾਬ ਦੀ ਹੈਗੀ ਉਹ ਹੈਗੀ ਮੈਕਰੋਸਕੋਪਿਕ ਲੈਵਲ ਦੀ। ਅਸੀਂ ਮਾਈਕਰੋਸਕੋਪਿਕ ਲੈਵਲ ਤੇ ਉਸ ਨੂੰ ਐਡਰੈਸ ਕਰਕੇ ਖੁਸ਼ ਹੋ ਜਾ ਰਹੇ ਹਾਂ ਕਿ ਵੀ ਅਸੀਂ ਜਿਹੜੇ ਬੱਚੇ ਸਾਡੇ ਸਕੂਲਾਂ ਚੋਂ ਪੈਦਾ ਨਿਕਲ ਕੇ ਬਾਹਰ ਨਿਕਲ ਰਹੇ ਹਾਂ ਉਹ ਚੰਗੇ ਆ, ਉਹ ਨਸ਼ਾ ਨਹੀਂ ਕਰਨਗੇ। ਤੇ ਓਵਰਆਲ ਪਰਸੈਂਟੇਜ ਪੋਪੂਲੇਸ਼ਨ ਦੀ ਬਹੁਤ ਥੋੜੀ ਟੱਚ ਕੀਤੀ ਹੈ ਅਸੀਂ। ਤੇ ਜਿਸ ਪੇਸ ਨਾਲ ਤੂੰ ਕਹਿ ਰਿਹਾ ਕਿ ਵੀ 3 ਸਕੂਲ ਖੋਲਾਂਗੇ ਅਗਲੇ ਸਾਲ, ਤੇ 3 ਸਕੂਲਾਂ ਨਾਲ ਤੇ ਕੁਝ ਨਹੀਂ ਬਣਨਾ। ਤੇ ਫਿਰ ਦਾਸ ਨੇ ਪੁੱਛਿਆ ਮਹਾਰਾਜ ਕੀ ਆਪ ਜੀ ਦੱਸੋ ਕਿੰਨੇ? ਕਹਿੰਦੇ 40 ਸਕੂਲ ਖੋਲ੍ਹਣੇ ਇੱਕ ਸਾਲ 'ਚ। ਇੱਕ ਸਾਲ 'ਚ। ਸੋ ਮਹਾਂਪੁਰਸ਼ਾਂ ਦੇ ਬਚਨ ਹੋ ਗਏ ਜੀ। ਸਾਡੀ ਸੰਸਥਾ ਦਾ ਇਹ ਅਸੂਲ ਹੈਗਾ ਜੀ ਕਿ ਵੀ ਜੋ ਵੀ ਬਾਬਾ ਜੀ ਦੇ ਸਪੈਸੀਫਿਕ ਆਰਡਰ, ਸਪੈਸੀਫਿਕ ਇੰਸਟਰਕਸ਼ਨ ਹੋ ਉਹ ਅਸੀਂ ਪੂਰੇ ਕਰਦੇ ਹਾਂ ਜੀ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀਗਾ ਕਿ ਵੀ ਤੁਸੀਂ ਮੰਨੋ 3 ਵਾਰੀ ਕੋਈ ਚੀਜ਼ ਐਡਵਾਈਜ਼ ਕਰਨੀ ਹੈ, ਤੇ ਜੇ 3 ਵਾਰੀ ਤੋਂ ਅਸੀਂ ਇਹੋ ਕੰਮ ਅਸੀਂ ਇਹ ਕਹੀਏ ਕਿ ਵੀ ਨਹੀਂ ਕਰਨੀ ਹੈ, ਤੇ ਫਿਰ ਉਸ ਤੋਂ ਬਾਅਦ ਤੁਸੀਂ ਜੋ ਵੀ ਡਿਸੀਜਨ ਹੋ ਜਾਂਦਾ ਉਹ ਇੰਪਲੀਮੈਂਟ ਕਰਨਾ ਹੈ। ਬਾਬਾ ਜੀ ਕਹਿੰਦੇ ਸੀ ਵੀ ਮੈਨੂੰ ਵੀ ਉਹਨਾਂ ਨੂੰ, ਬਾਬਾ ਜੀ ਨੂੰ ਸੰਤ ਤੇਜ ਸਿੰਘ ਮਹਾਰਾਜ ਜੀ ਨੇ ਇਹੀ ਦੱਸਿਆ ਹੋਇਆ ਸੀਗਾ ਵੀ ਤੁਸੀਂ ਐਡਵਾਈਸ ਜ਼ਰੂਰ ਕਰਨਾ, ਜਦ ਸਲਾਹ ਲਈ ਜਾਏ ਐਡਵਾਈਸ ਜ਼ਰੂਰ ਦਿਓ, ਪਰ ਉਸ ਤੋਂ ਬਾਅਦ ਜੋ ਫਾਈਨਲ ਡਿਸੀਜਨ ਹੋ ਗਿਆ ਇੱਕ ਵਾਰੀ ਉਸ ਨੂੰ ਇੰਪਲੀਮੈਂਟ ਕਰਨਾ ਹੈ। ਤੇ ਦਾਸ ਦੇ ਕੋਲੋਂ ਸਹਿਜ ਸੁਭਾਅ ਇਹ ਨਿਕਲ ਆਇਆ ਮਨ ਚੋਂ ਕਿ ਵੀ ਮਹਾਰਾਜ ਇੱਥੇ 40 ਤੇ ਬਹੁਤ ਜ਼ਿਆਦਾ ਹੋ ਜਾਏਗਾ, ਸਾਡੇ ਤੇ ਫਾਈਨੈਂਸ਼ੀਅਲ ਸਟ੍ਰੇਨ ਬਹੁਤ ਹੋ ਜਾਏਗਾ, ਨਾਲੇ ਇਤਨੇ ਰਿਸੋਰਸਿਸ ਕਿੱਥੋਂ ਲਿਆਵਾਂਗੇ, ਟੀਚਰਸ ਕਿੱਥੋਂ ਲਿਆਵਾਂਗੇ ਇੰਨੇ ਜੀ। 40 ਸਕੂਲਾਂ ਵਾਸਤੇ 40 ਪ੍ਰਿੰਸੀਪਲਸ, 40 ਉਹਨਾਂ ਵਾਸਤੇ ਹਰ ਸਕੂਲ 'ਚ 5-6 ਟੀਚਰ, 200-250 ਟੀਚਰ ਇਕੱਠੇ ਕਰਨੇ ਕੰਪੀਟੈਂਟ ਰਿਮੋਟ ਵਿਲੇजेस ਵਾਸਤੇ। ਤੇ ਬਾਬਾ ਜੀ ਨੇ ਕਿਹਾ ਵੀ ਇਹ ਹੁਣ ਤੁਸੀਂ ਦੇਖੋ ਕਿ ਕਿਵੇਂ ਕਰਨਾ ਹੈਗਾ। ਰਿਸੋਰਸਿਸ ਤੁਹਾਨੂੰ ਮੈਂ ਦੇ ਦਿੱਤੇ, ਫਾਈਨੈਂਸ਼ੀਅਲ ਰਿਸੋਰਸਿਸ, ਲੋਨ ਲਓ ਔਰ ਕਰੋ। ਫਿਰ ਜੀ ਇਹ ਉਦੋਂ ਹੀ ਫਿਰ ਇੱਕ ਇਹ ਨਵਾਂ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਜੋ ਕਿ ਹੁਣ ਅਸੀਂ ਉਸ ਨੂੰ ਕਹਿੰਦੇ ਹਾਂ ਅਕਾਲ ਇੰਸਟੀਚਿਊਟ ਆਫ ਰੂਰਲ ਵਿਮਨ ਐਮਪਾਵਰਮੈਂਟ। ਤੇ ਅਸੀਂ ਇਹ ਰਿਅਲਾਈਜ਼ ਕੀਤਾ ਕਿ ਜੇ ਅਸੀਂ ਇਨ ਸਕੂਲਾਂ ਵਿੱਚ ਸ਼ਹਿਰਾਂ ਤੋਂ ਟੀਚਰ ਲੈ ਕੇ ਜਾਂਦੇ ਹਾਂ ਤੇ ਉਹ ਪਿੰਡਾਂ ਦੇ ਵਾਤਾਵਰਨ ਵਿੱਚ ਚੰਗੀ ਤਰ੍ਹਾਂ ਟਿਕ ਨਹੀਂ ਪਾਉਂਦੇ ਹੈਗੇ। ਜ਼ਰਾ ਉਹਨਾਂ ਨੂੰ ਮੌਕਾ ਮਿਲਦਾ ਹੈ, ਚੰਗੀ ਨੌਕਰੀ ਮਿਲਦੀ ਹੈਗੀ, ਤੇ ਉਹ ਨੌਕਰੀ ਛੱਡ ਕੇ ਪਿੰਡਾਂ ਦੇ ਸਕੂਲ ਦੀ ਤੇ ਸ਼ਹਿਰ 'ਚ ਆ ਜਾਂਦੇ ਹਨ। ਤੇ ਅਸੀਂ ਸੋਚਿਆ ਕਿ ਵੀ ਜੇ ਅਸੀਂ ਪਿੰਡਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾ ਕੇ ਟ੍ਰੇਨ ਕਰਕੇ ਜੇ ਅਸੀਂ ਪਿੰਡਾਂ 'ਚ ਵਾਪਸ ਲੈ ਕੇ ਜਾਵਾਂਗੇ ਤੇ ਉਹਨਾਂ ਦੀ ਸਟਿਕੇਬਿਲਿਟੀ, ਉਹਨਾਂ ਦੀ ਜਿਹੜੀ ਰੈਜ਼ੀਲੀਅੰਸ ਜ਼ਿਆਦਾ ਹੋਏਗੀ। ਸੋ ਇਹ ਵਿਚਾਰ ਸਾਹਮਣੇ ਰੱਖ ਕੇ ਫਿਰ ਸਾਡਾ ਇਹ ਪਹਿਲਾ ਬੈਚ 2007 ਵਿੱਚ ਅਸੀਂ ਇਹ ਲੜਕੀਆਂ ਦਾ ਲਿਆ, ਜਿਸ ਵਿੱਚ ਕਿ 70 ਗਰਲਸ ਅਸੀਂ ਚੁਣੀਆਂ ਪੰਜਾਬ 'ਚੋਂ। ਤੇ
ਉਹਨਾਂ ਨੂੰ ਅਸੀਂ ਫਿਰ ਪੜ੍ਹਾਇਆ 2 ਸਾਲ 3 ਸਾਲ, ਇੰਗਲਿਸ਼ ਸਿਖਾਈ ਤੇ ਉਹਨਾਂ ਨੂੰ ਫਿਰ ਅਸੀਂ ਵਾਪਸ ਸਕੂਲਾਂ 'ਚ ਭੇਜਿਆ ਪੜ੍ਹਾਉਣ ਵਾਸਤੇ ਜੀ। ਇਹ ਸਾਡਾ ਐਕਸਪੈਰੀਮੈਂਟ ਬਹੁਤ ਹੀ ਸਕਸੈਸਫੁਲ ਰਿਹਾ। ਇੱਕ ਤੇ ਇਹ ਬੱਚੀਆਂ ਗੁਰੂ ਨਾਲ ਜੁੜ ਗਈਆਂ ਇੱਥੇ ਜਦ ਇਹਨਾਂ ਨੇ 3 ਸਾਲ ਆਪਣਾ ਜੀਵਨ ਬਤੀਤ ਕੀਤਾ, ਮਹਾਰਾਜ ਦੇ ਲੜ ਲੱਗੀਆਂ, ਸਹਿਜ ਪਾਠ ਕੀਤੇ, ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਸੰਭਾਲਿਆ। ਇੱਕ ਤੇ ਇਹ ਬੜਾ ਪਰਉਪਕਾਰ ਹੋਇਆ ਜੀ। ਤੇ ਦੂਸਰਾ ਫਾਈਨੈਂਸ਼ੀਅਲੀ ਜਿਸ ਗੁਰਬਤ ਚੋਂ ਇਹ ਬੱਚੀਆਂ ਆਈਆਂ ਸੀਗੀਆਂ, ਇਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਮਿਲਣੀ ਸ਼ੁਰੂ ਹੋ ਗਈ ਬੱਚੀਆਂ ਨੂੰ, ਉਹ ਬੜਾ ਇਹਨਾਂ 'ਤੇ ਪਰਉਪਕਾਰ ਹੋਇਆ। ਇਹਨਾਂ ਦਾ ਸੈਲਫ ਕੌਨਫੀਡੈਂਸ ਬਹੁਤ ਜਾਗ ਗਿਆ। ਇਹਨਾਂ ਨੂੰ ਰਿਸਪੈਕਟ ਮਿਲਣੀ ਸ਼ੁਰੂ ਹੋ ਗਈ ਸਕੂਲ ਵਿੱਚ, ਆਪਣੇ ਪਰਿਵਾਰਾਂ ਵਿੱਚ, ਸਹੁਰੇ ਪਰਿਵਾਰ ਵਿੱਚ। ਸੋ ਇਹ ਸਾਡਾ ਜੀ ਬਹੁਤ ਹੀ ਜੋ ਮਤਲਬ ਜੋ ਸਹਿਜ ਸਭਾਏ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਸਾਡਾ, ਹੁਣ ਇਹ ਪ੍ਰੋਗਰਾਮ ਤਕਰੀਬਨ ਜੀ ਹੁਣ ਤੱਕ 2,500-3 ਹਜ਼ਾਰ ਬੱਚੀਆਂ ਇਸ ਤਰ੍ਹਾਂ ਆ ਕੇ ਐਜੂਕੇਸ਼ਨ ਲੈ ਚੁੱਕੀਆਂ ਹਨ। ਤੇ ਉਸ ਚੋਂ ਤਕਰੀਬਨ 700-800-900 ਬੱਚੀ ਇਸ ਟਾਈਮ ਸਾਡੇ ਸਕੂਲਾਂ ਵਿੱਚ ਵੇਰੀਅਸ ਪੋਸਟਸ ਤੇ ਜੋ ਕਿ ਐਕੈਡੈਮਿਕਲੀ ਸਾਊਂਡ ਸੀਗੀਆਂ ਉਹਨਾਂ ਦੇ ਉੱਤੇ ਟੀਚਰ ਲੱਗ ਗਈਆਂ ਹਨ। ਤੇ ਜਿਹੜੀਆਂ ਥੋੜ੍ਹੀਆਂ ਐਕੈਡੈਮਿਕਲੀ ਇਤਨੀਆਂ ਸਟਰੋਂਗ ਨਹੀਂ ਸੀਗੀਆਂ ਉਹਨਾਂ ਨੇ ਹੋਰ ਪੋਸਟ ਸੰਭਾਲ ਲਈਆਂ, ਜਿੱਦਾਂ ਕਿ ਸਕੂਲ ਦੇ ਅਕਾਊਂਟਸ ਦੇਖਦੀਆਂ ਹਨ, ਲਾਇਬ੍ਰੇਰੀ ਦਾ ਕੰਮ ਕਰਦੀਆਂ ਹਨ, PTI ਦਾ ਕੰਮ ਕਰਦੀਆਂ ਹਨ। ਸੋ ਇਹ ਇਸ ਤਰ੍ਹਾਂ ਫਿਰ ਜੀ ਇਹ 2007 ਵਿੱਚ 40 ਸਕੂਲ ਖੁੱਲ੍ਹੇ। ਉਸ ਤੋਂ ਅਸੀਂ ਹੋਰ ਖੋਲ੍ਹਦੇ ਚਲੇ ਗਏ ਹਰ ਸਾਲ 10-15 ਤੇ ਹੁਣ ਇਸ ਵੇਲੇ 129 ਸਕੂਲ ਵੇਰੀਅਸ ਪਾਰਟਸ ਆਫ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਜਿੱਥੇ ਵੀ 6 ਪਾਪੂਲੇਸ਼ਨਸ ਅਵੇਲੇਬਲ ਹਨ ਉੱਥੇ, ਔਰ ਸੰਗਤਾਂ ਵੱਲੋਂ ਖਿੱਚ ਆਉਂਦੀ ਹੈ। ਐਜ਼ ਅ ਪੋਲਿਸੀ ਮੈਟਰ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਅਸੀਂ ਸਕੂਲ ਪਿੰਡਾਂ 'ਚ ਹੀ ਖੋਲ੍ਹਣੇ ਹੈਗੇ, ਤਾਂ ਕਿ ਉੱਥੇ ਹੀ ਸਭ ਤੋਂ ਜ਼ਿਆਦਾ ਲੋੜ ਹੈਗੀ ਪ੍ਰਚਾਰ ਦੀ ਵੀ, ਸਿੱਖੀ ਦੀ ਵੀ ਤੇ ਐਜੂਕੇਸ਼ਨ ਦੀ ਵੀ। ਤੇ ਦੂਸਰਾ ਅਸੀਂ ਇਹ ਰੱਖਿਆ ਹੁੰਦਾ ਹੈ ਜੀ ਕਿ ਕੋਸ਼ਿਸ਼ ਇਹ ਕਰਦੇ ਹਾਂ ਕਿ ਜਿੱਥੇ ਸੰਗਤ ਨੂੰ ਖਿੱਚ ਹੋਏ ਉੱਥੇ ਸਕੂਲ ਖੋਲ੍ਹਿਆ ਜਾਏ। ਇੱਕ ਸਾਨੂੰ ਇਸ ਵਿੱਚ ਥੋੜ੍ਹੀ ਜਿਹੀ ਹੁਣ ਅਸੀਂ ਪ੍ਰੋਬਲਮ ਮਹਿਸੂਸ ਇਹ ਕਰਨ ਲੱਗ ਪਏ ਕਿ ਜਿੱਥੇ ਸੰਗਤਾਂ ਸਾਨੂੰ ਜ਼ਮੀਨ ਦਾਨ ਕਰਦੀਆਂ ਹਨ ਸਕੂਲ ਖੋਲ੍ਹਣ ਵਾਸਤੇ, ਕਈ ਦਫਾ ਉਹ ਏਰੀਆ ਬਿਲਕੁਲ ਖੇਤਾਂ ਵਿੱਚ ਆਉਂਦਾ ਹੈਗਾ ਤੇ ਉੱਥੇ ਬੇਸਿਕ ਜਿਹੜੀ ਪਿੰਡ ਦੀ ਬਿਜਲੀ ਦੀ ਸਪਲਾਈ ਹੈ ਉਹ ਵੀ ਅਵੇਲੇਬਲ ਨਹੀਂ ਹੁੰਦੀ, ਖੇਤਾਂ ਵਾਲੀ ਬਿਜਲੀ ਦੀ ਸਪਲਾਈ ਆਉਂਦੀ ਹੈਗੀ। ਸੋ ਸਾਨੂੰ ਲਗਭਗ ਸਾਰਾ ਦਿਨ ਹੀ ਜਨਰੇਟਰ 'ਤੇ ਚਲਾਉਣਾ ਪੈਂਦਾ ਸਕੂਲ। ਸੋ ਰਿਸੋਰਸ ਡਰੇਨੇਜ ਬਹੁਤ ਹੋ ਜਾਂਦੀ ਹੈਗੀ। ਤੇ ਥੋੜ੍ਹਾ ਜਿਹਾ ਹੁਣ ਅਸੀਂ ਲੋਕੇਸ਼ਨ ਦਾ ਜ਼ਰੂਰ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਵੀ ਜੇ ਤੁਸੀਂ ਐਸੀ ਜਗ੍ਹਾ ਸਕੂਲ ਖੁਲਵਾਓ ਜਿੱਥੇ ਕਿ ਘੱਟੋ ਘੱਟ ਅਪਰੋਚੇਬਿਲਿਟੀ ਹੋਰ ਬਿਜਲੀ ਜਾਂ ਹੋਰ ਰਿਸੋਰਸਿਸ ਅਵੇਲੇਬਲ ਹੋਣ। ਤੇ ਇਸ ਤਰ੍ਹਾਂ ਜੀ ਇਹ ਮੁਹਿੰਮ ਚੱਲ ਰਿਹਾ ਹੈਗਾ। ਅਗਲੇ ਸਾਲ ਵੀ ਅਸੀਂ 5-6 ਸਕੂਲ ਹੋਰ ਨਵੇਂ ਖੋਲ੍ਹਣੇ ਹਨ ਤੇ ਉਮੀਦ ਹੈਗੀ ਜੀ ਕਿ 2020 ਤੱਕ ਤਕਰੀਬਨ 500 ਸਕੂਲ ਦਾ ਜੋ ਟੀਚਾ ਹੈ ਮਹਾਂਪੁਰਸ਼ਾਂ ਦਾ ਉਹ ਅਸੀਂ ਪੂਰਾ ਕਰ ਲਵਾਂਗੇ। ਇਸ ਸਮੇਂ 12,500 ਪਿੰਡ ਹਨ ਪੰਜਾਬ ਦੇ ਤਕਰੀਬਨ ਜੀ, ਤੇ ਸਾਡੇ ਸਕੂਲਾਂ ਵਿੱਚ 6,500 ਪਿੰਡਾਂ 'ਚੋਂ ਬੱਚੇ ਆ ਰਹੇ ਹਨ। ਸੋ ਅਸੀਂ ਆਲਮੋਸਟ ਹਾਫ ਦਾ ਪੰਜਾਬ ਅਸੀਂ ਕਵਰ ਕਰ ਲਿਆ ਹੈਗਾ, ਜਿੱਥੇ ਕਿ ਜਿਹੜੇ ਬੱਚੇ ਅਫੋਰਡ ਕਰ ਸਕਦੇ ਹਨ ਉਹ ਸਾਡੇ ਸਕੂਲਾਂ ਵਿੱਚ ਐਜੂਕੇਸ਼ਨ ਲੈ ਸਕਦੇ ਹਨ। ਤੇ ਕਾਫੀ ਸਾਰੇ ਬੱਚੇ ਕੰਸੈਸ਼ਨਸ ਤੇ ਸਕਾਲਰਸ਼ਿਪਸ ਤੇ ਉਹ ਵੀ ਪੜ੍ਹ ਰਹੇ ਹਨ। ਇੱਕ ਅਸੀਂ ਪਿਛਲੇ ਸਾਲ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਮਾਤਾ ਪੋਲੀ ਸਕਾਲਰਸ਼ਿਪ ਸਕੀਮ, ਜਿਸ ਵਿੱਚ ਕਿ ਜਿਹੜੇ ਬੱਚੇ ਬਹੁਤ ਹੀ ਇਕਨੋਮਿਕਲੀ ਬੈਕਵਰਡ ਕਲਾਸਿਸ ਦੇ ਹਨ, ਬਹੁਤ ਹੀ ਗਰੀਬ ਬੱਚੇ ਹਨ, ਗਰੀਬ ਪਰਿਵਾਰਾਂ 'ਚੋਂ ਹਨ, ਉਹ ਅਸੀਂ ਤਕਰੀਬਨ 10 ਬੱਚੇ ਹਰ ਸਕੂਲ ਵਿੱਚ ਨਵੇਂ ਐਨਰੋਲ ਕੀਤੇ। ਹੁਣ ਤਕਰੀਬਨ 800-900 ਬੱਚੇ ਉਹ ਐਨਰੋਲਡ ਹਨ ਜਿਨ੍ਹਾਂ ਦੀ ਪੂਰੀ ਐਜੂਕੇਸ਼ਨ, ਟਰਾਂਸਪੋਰਟ, ਸਾਰਾ ਖਰਚਾ ਟਰਸਟ ਹੀ ਕਰ ਰਿਹਾ ਹੈਗਾ। ਕਾਫੀ ਸਾਰੇ ਬੱਚੇ ਇਹਨਾਂ 'ਚੋਂ ਸੰਗਤਾਂ ਨੇ ਅਡਾਪਟ ਕਰ ਲਏ ਹਨ। ਸੋ ਜੋ ਵੀ ਡਾਕਟਰ ਸਾਹਿਬ ਇਹਦੇ ਵਾਸਤੇ ਕੀ ਕ੍ਰਾਈਟੇਰੀਆ ਤੁਸੀਂ ਅਡਾਪਟ ਕੀਤਾ ਹੋਇਆ ਹੈ ਬੱਚਿਆਂ ਦੀ ਸਿਲੈਕਸ਼ਨ ਜਿਹੜੀ ਇਸ ਕੈਟਾਗਰੀ 'ਚ ਕਰਦੇ ਤੁਸੀਂ? ਇਹ ਬਰੋਡਲੀ ਜੀ ਜੋ ਸਾਡਾ ਵਰਕਿੰਗ ਰੂਲ ਇਹ ਹੈ ਜੀ ਕਿ ਜਿਸ ਦੀ ਵੀ 2 ਕਿੱਲੇ ਤੋਂ ਘੱਟ ਜ਼ਮੀਨ ਹੈ ਤੇ 7-8 ਹਜ਼ਾਰ ਤੋਂ ਘੱਟ ਮਹੀਨੇ ਦੀ ਇਨਕਮ ਹੈਗੀ ਤੇ ਦੋਨੋਂ ਪੇਰੈਂਟਸ ਅੰਮ੍ਰਿਤਧਾਰੀ ਹੋਣੇ ਚਾਹੀਦੇ ਜੀ। ਇਹ ਪ੍ਰੋਗਰਾਮ ਅਸੀਂ ਕੇਵਲ ਸਿੱਖ ਬੱਚਿਆਂ ਵਾਸਤੇ ਹੀ ਅਜੇ ਸ਼ੁਰੂ ਕੀਤਾ ਹੈਗਾ। ਦੋਨੋਂ ਪੇਰੈਂਟਸ ਅੰਮ੍ਰਿਤਧਾਰੀ ਹੋਣ, 2 ਕਿੱਲੇ ਤੋਂ ਘੱਟ ਜ਼ਮੀਨ ਹੋਏ ਜਾਂ ਜੇ ਨੌਕਰੀ ਕਰਦੇ ਹੈਗੇ, ਕੁਝ ਕਿੱਤਾ ਕਰਦੇ ਹੈਗਨ ਤੇ 7-8 ਹਜ਼ਾਰ ਪਰ ਮੰਥ ਤੋਂ ਘੱਟ ਦੀ ਆਮਦਨ ਹੋਏ ਤੇ ਘਰ ਵਿੱਚ ਕੋਈ ਵੀ ਲਗਜ਼ੂਰੀਅਸ ਆਈਟਮ ਦੇ ਰਿਸੋਰਸਿਸ ਨਾ ਹੋਣ। ਸੋ ਅਸੀਂ ਸਕਰੂਟਨਾਈਜ਼ ਕਰਕੇ ਚੰਗੀ ਤਰ੍ਹਾਂ ਪਰਿਵਾਰਾਂ ਨੂੰ ਫਿਰ ਅਸੀਂ ਉਹ ਬੱਚੇ ਨੂੰ ਐਨਰੋਲ ਕਰਦੇ ਹਾਂ ਇਸ ਵਿੱਚ। ਤੇ ਤਕਰੀਬਨ 800-900 ਬੱਚੇ ਇਸ ਪ੍ਰੋਗਰਾਮ ਵਿੱਚ ਵੀ ਪੜ੍ਹ ਰਹੇ ਹਨ। ਤਕਰੀਬਨ ਜਿਹੜਾ ਤੁਹਾਨੂੰ ਮੈਂ ਹੁਣ ਦੱਸਿਆ ਹੈਗਾ ਜੀ ਆਪ ਜੀ ਨੂੰ
ਜੀ। ਅਕਾਲ ਇੰਸਟੀਚਿਊਟ ਆਫ ਰੂਰਲ ਵੂਮਨ ਐਮਪਾਵਰਮੈਂਟ ਦਾ ਜੋ ਪ੍ਰੋਗਰਾਮ ਹੈਗਾ ਉਸ ਵਿੱਚ ਤਕਰੀਬਨ ਇਸ ਟਾਈਮ 600 ਬੱਚੀ ਪੜ੍ਹ ਰਹੀ ਹੈ ਜੀ। ਸੋ 50,000 ਰੁਪਏ ਪਰ ਮੰਥ ਦਾ ਸਾਲ ਦਾ ਖਰਚਾ ਹੋ ਜਾਂਦਾ ਬੱਚੀ ਤੇ ਰਹਿਣ ਦੇ ਖਾਣ ਤੇ ਸਾਰਾ ਪੜ੍ਹਾਈ ਤੇ। ਜਿਹੜੀ ਬੜੂ ਸਾਹਿਬ ਯੂਨੀਵਰਸਿਟੀ ਹੈਗੀ ਇਟਰਨਲ ਯੂਨੀਵਰਸਿਟੀ ਉੱਥੇ ਉਹ ਵਿਦਿਆ ਲੈਂਦੀਆਂ ਹਨ ਤੇ ਨਾਲ ਨਾਲ ਟ੍ਰੇਨਿੰਗ ਵੀ ਲੈਂਦੀਆਂ ਹਨ, ਇੰਗਲਿਸ਼ ਸਿੱਖਦੀਆਂ ਹਨ। 10th ਕਲਾਸ ਤੋਂ ਬਾਅਦ ਅਸੀਂ ਉਹ ਬੱਚੀਆਂ ਲੈਂਦੇ ਹਾਂ ਜੀ। ਸੋ ਪਹਿਲੇ ਉਹਨਾਂ ਨੂੰ 12ਵੀਂ ਕਰਵਾਉਂਦੇ ਹਾਂ ਪੰਜਾਬ ਬੋਰਡ ਦੀ, ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਦਾਖਲਾ ਲੈਂਦੀਆਂ ਹਨ ਆਪਣੀ ਕਾਬਲੀਅਤ ਦੇ ਅਨੁਸਾਰ ਕੋਰਸ ਲੈ ਕੇ ਤੇ ਫਿਰ ਉਹ ਟੀਚਰ ਟ੍ਰੇਨਿੰਗ ਲੈ ਲੈਂਦੀਆਂ ਹਨ। ਉਹਨਾਂ ਦੀ ਡਾਕਟਰ ਸਾਹਿਬ ਤੁਸੀਂ ਕੀ ਕ੍ਰਾਈਟੇਰੀਆ ਰੱਖਿਆ, ਉਹ ਬੱਚੀਆਂ ਕਿਸ ਢੰਗ ਨਾਲ ਸਿਲੈਕਸ਼ਨ ਕਰਦੇ ਹੋ? ਅਸੀਂ ਜੀ ਐਡਵਰਟਾਈਜ਼ ਕਰਦੇ ਹਾਂ ਪੂਰੇ ਪੰਜਾਬ ਵਿੱਚ ਔਰ ਜਿਹੜੇ ਜਿੱਥੇ ਸਾਡੇ ਸਕੂਲ ਹੈਗੇ ਉਹ ਕੈਚਮੈਂਟ ਏਰੀਆਜ਼ ਵਿੱਚ। ਫਿਰ ਸਾਡੇ ਸੇਵਾਦਾਰ ਉੱਥੇ ਜਾ ਕੇ ਲੋਕਾਂ ਨੂੰ ਪ੍ਰੇਰਦੇ ਹਨ ਤੇ ਜਿਹੜੀਆਂ ਵੀ ਬੱਚੀਆਂ ਆਉਂਦੀਆਂ ਹਨ ਅਸੀਂ ਉਹਨਾਂ ਦਾ ਟੈਸਟ ਲੈ ਲੈਂਦੇ ਹਾਂ ਤੇ ਜੇ ਉਹ ਬੇਸਿਕ ਉਹਨਾਂ ਨੂੰ ਐਜੂਕੇਸ਼ਨ ਹੈਗੀ, ਜੇ ਪੰਜਾਬੀ ਉਹਨਾਂ ਨੂੰ ਬੇਸਿਕਲੀ ਅੱਛੀ ਲਿਖ ਪੜ੍ਹ ਲੈਂਦੀਆਂ ਹਨ ਔਰ 10ਵੀਂ ਪਾਸ ਕੀਤੀ ਹੋਏ ਤੇ ਐਨੀਵਨ ਇਜ਼ ਵੈਲਕਮ। ਸੋ ਮਤਲਬ ਇਹਦੇ ਵਾਸਤੇ ਰੂਰਲ ਏਰੀਆ ਦਾ ਤੁਹਾਡਾ ਕ੍ਰਾਈਟੇਰੀਆ ਹੈ ਐਜੂਕੇਸ਼ਨ ਵਾਸਤੇ? ਇਸ ਵਾਸਤੇ ਅਸੀਂ ਸਟ੍ਰਿਕਟਲੀ ਰੂਰਲ ਨਹੀਂ ਰੱਖਿਆ ਹੋਇਆ, ਪਰ ਬਾਈ ਐਂਡ ਲਾਰਜ ਰੂਰਲ ਹੀ ਬੱਚੇ ਸਾਡੇ ਕੋਲ ਆਉਂਦੇ ਹਨ ਜੀ। ਥੋੜ੍ਹੇ ਜਿਹੇ ਬੱਚੇ ਸ਼ਹਿਰਾਂ ਦੇ ਵੀ ਹਨ ਪਰ ਬਾਈ ਐਂਡ ਲਾਰਜ ਰੂਰਲ ਬੱਚੇ ਹੀ ਹਨ ਜੀ। ਇਸ ਚੀਜ਼ ਦੀ ਕੋਈ ਲਿਮਿਟ ਨਹੀਂ ਰੱਖੀ ਹੋਈ, ਜਿਤਨੇ ਵੀ ਹਰ ਸਾਲ 200, 250, 300 ਬੱਚੀਆਂ ਆ ਜਾਂਦੀਆਂ ਹਨ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੀ ਐਨਰੋਲ ਕਰ ਲੈਂਦੇ ਹਾਂ। ਉਹਨਾਂ ਦੀ ਐਜੂਕੇਸ਼ਨ ਕੰਪਲੀਟਲੀ ਤੁਸੀਂ ਫ੍ਰੀ ਕਰਦੇ ਹੋ? ਉਹ ਕੰਪਲੀਟਲੀ ਫ੍ਰੀ ਹੈ ਜੀ, ਐਜੂਕੇਸ਼ਨ ਵੀ ਔਰ ਰਹਿਣ ਖਾਣ ਦਾ ਸਭ ਕੁਝ ਫ੍ਰੀ ਹੈਗਾ ਜੀ। ਸੋ ਉਹ ਸਾਡੇ ਤੇ ਬੜਾ ਮਤਲਬ ਪਿਓਰਲੀ ਮੈਂ ਤੇ ਹੁਣ ਸਿਰਫ ਐਜ਼ ਅ ਸੈਕਟਰੀ ਐਂਡ ਫਾਈਨੈਂਸ਼ੀਅਲ ਮੈਨੇਜਰ ਮੈਂ ਤੇ ਸਿਰਫ ਇਹ ਸਾਡਾ ਬਹੁਤ ਰਿਸੋਰਸ ਡਰੇਨੇਜ ਉੱਥੇ ਹੋ ਜਾਂਦੀ ਹੈਗੀ ਜੀ। ਹਾਲਾਂਕਿ ਬੜਾ ਹੀ ਉੱਚਾ ਸੁੱਚਾ ਪਰਉਪਕਾਰ ਦਾ ਕਾਰਜ ਹੈਗਾ ਜੀ ਉਹ, ਮਤਲਬ ਬੱਚੀਆਂ ਨੂੰ ਸੰਭਾਲ ਲੈਣਾ। ਪਿੰਡਾਂ ਵਿੱਚ ਨਾ ਜੀ ਬੱਚੀਆਂ ਵਾਸਤੇ ਵਿੱਦਿਆ ਲੈਣੀ ਬਹੁਤ ਹੀ ਔਖੀ ਹੈਗੀ ਜੀ। ਜਿਸ ਪਿੰਡ ਵਿੱਚ ਸੀਨੀਅਰ ਸੈਕੰਡਰੀ ਜਿੱਥੇ ਜੋ ਫੈਸਿਲਿਟੀ ਪਿੰਡ ਵਿੱਚ ਅਵੇਲੇਬਲ ਹੈ ਉੱਥੇ ਤੇ ਬੱਚੀ ਪੜ੍ਹ ਜਾਂਦੀ ਹੈ। ਔਰ ਜੋ ਸਾਡਾ ਬਰੋਡ ਅਨੁਮਾਨ ਇਹ ਹੈ ਜੀ ਕਿ ਮੁੰਡੇ 5ਵੀਂ 6ਵੀਂ 7ਵੀਂ 8ਵੀਂ ਬਾਅਦ ਡ੍ਰੌਪ ਆਊਟ ਹੋਣੇ ਸ਼ੁਰੂ ਹੋ ਜਾਂਦੇ ਹਨ, ਪਰ ਲੜਕੀਆਂ ਪਿਤਾ ਦਾ ਕਹਿਣਾ ਮੰਨ ਕੇ ਬੱਚਿਆਂ ਦਾ ਮੰਨ ਕੇ ਉਹ ਪੜ੍ਹਦੀਆਂ ਰਹਿੰਦੀਆਂ ਹਨ। ਸੋ ਜਿੱਥੇ 10th ਤੱਕ ਫੈਸਿਲਿਟੀ ਅਵੇਲੇਬਲ ਹੈ 10th ਕਰ ਜਾਂਦੀ ਹੈ, ਜਿੱਥੇ 12ਵੀਂ ਫੈਸਿਲਿਟੀ ਅਵੇਲੇਬਲ ਹੈ ਉਹ 12ਵੀਂ ਕਰ ਜਾਂਦੀ ਹੈਗੀ ਜੀ ਪਿੰਡ 'ਚ। ਫਿਜ਼ੀਕਲ ਇਨਸਿਕਿਉਰਿਟੀ ਇਤਨੀ ਹੈ ਬੱਚੀ ਦੀ ਮੂਵਮੈਂਟ ਦੀ ਕਿ ਉਹ ਪੇਰੈਂਟਸ ਨਹੀਂ ਹਿੰਮਤ ਕਰ ਪਾਉਂਦੇ ਕਿ ਬੱਚਾ ਪਿੰਡ ਤੋਂ ਜਾ ਛੋੜ ਕੇ ਸ਼ਹਿਰ ਜਾ ਕੇ ਕਾਲਜ ਕਰਕੇ ਵਾਪਸ ਆਏ। ਮੋਸਟਲੀ ਵਿਲੇਜਰਸ ਨਾ ਉਹ ਫਾਈਨੈਂਸ਼ਲੀ ਅਫੋਰਡ ਕਰ ਪਾਉਂਦੇ ਹਨ ਤੇ ਨਾ ਹੀ ਉਹ ਇਤਨਾ ਧੀਰਜ ਕਰ ਸਕਦੇ ਹਨ ਕਿ ਵੀ ਅਸੀਂ ਬੱਚੀ ਨੂੰ ਬੱਸਾਂ 'ਚ ਭੇਜ ਦਈਏ ਤੇ ਉਹ ਜਾ ਕੇ ਫਿਜ਼ੀਕਲ ਸਿਕਿਉਰਿਟੀ ਦੀ ਹੀ ਪ੍ਰੋਬਲਮ ਆ ਜਾਂਦੀ ਹੈ ਬੱਚੀ ਦੀ ਜੀ। ਸੋ ਉਸ ਵਾਸਤੇ ਅਸੀਂ ਜਦ ਦੇਖਦੇ ਹਾਂ ਕਿ ਵੀ ਇਹ ਜਦ ਅਸੀਂ ਬੱਚਿਆਂ ਨੂੰ ਆਫਰ ਕਰ ਰਹੇ ਹਾਂ ਪ੍ਰੋਗਰਾਮ ਜਿੱਥੇ ਕਿ ਬਿਲਕੁਲ ਸਿਕਿਉਰ ਔਰ ਕਲੀਨ ਐਨਵਾਇਰਨਮੈਂਟ ਵਿੱਚ ਅੱਛੀ ਪੌਸ਼ਟਿਕ ਆਹਾਰ ਹੋਰ ਬੜੀ ਉੱਚ ਕੋਟੀ ਦੀ ਵਿਦਿਆ, ਗੁਰੂ ਨਾਲ ਜੁੜਨਾ, ਨਿਤਨੇਮ ਸੰਭਾਲਣਾ, ਅੰਮ੍ਰਿਤ ਵੇਲਾ ਸੰਭਾਲਣਾ, ਉੱਚੇ ਆਚਰਣ ਹਾਸਲ ਕਰਨੇ, ਉੱਚੇ ਸੰਸਕਾਰ ਲੈਣੇ। ਇਹ ਇਸ ਲਈ ਨਹੀਂ ਜੀ ਕਿ ਦਾਸ ਸੈਕਟਰੀ ਟਰਸਟ ਹੈ ਇਸ ਵਾਸਤੇ ਇਸ ਨੂੰ ਹੈ, ਪਰ ਅਦਰਵਾਈਜ਼ ਪਿਓਰਲੀ ਫਰਮ ਐਨ ਜੇ ਅਸੀਂ ਐਕਸਟਰਨਲ ਆਬਜ਼ਰਵਰ ਦੇਖੀਏ ਤੇ ਇਹ ਬਹੁਤ ਹੀ ਪਰਉਪਕਾਰ ਦਾ ਕੰਮ ਹੋ ਰਿਹਾ। ਬਿਲਕੁਲ ਇਹ ਇੱਕ ਬਹੁਤ ਵੱਡੀ ਅਪਰਚੁਨਿਟੀ ਤੇ ਸ਼ਾਇਦ ਇਹਨਾਂ ਬੱਚਿਆਂ ਨੂੰ ਇਹ ਸਾਰਾ ਕੁਝ ਕਦੀ ਵੀ ਨਸੀਬ ਨਹੀਂ ਹੋ ਸਕਦਾ ਜਿਸ ਢੰਗ ਦਾ ਪਿੰਡਾਂ ਦੇ ਵਿੱਚ ਸਾਡਾ ਨਾਰਮਲ ਐਜੂਕੇਸ਼ਨ ਦਾ ਐਨਵਾਇਰਨਮੈਂਟ ਹੈ। ਇੱਕ ਪਰਉਪਕਾਰ ਤਾਂ ਹੈ ਹੀ ਹੈ, ਇਹਦੇ ਨਾਲ ਮੈਂ ਸਮਝਦਾ ਕਿ ਇੱਕ ਬੜਾ ਅਸੀਂ ਬੇਸ ਵੀ ਕੌਮ ਦਾ ਡਿਵੈਲਪ ਹੋ ਰਿਹਾ, ਕਿਉਂਕਿ ਜੇ ਇੱਕ ਬੱਚੀ ਪੜ੍ਹ ਜਾਏਗੀ ਜਾਂ ਬੱਚੀ ਸਿੱਖੀ ਦੇ ਨਾਲ ਜੁੜ ਜਾਏਗੀ ਤੇ ਸਿਰਫ ਇੱਕ ਬੱਚੀ ਨਹੀਂ, ਉਹ ਖਾਨਦਾਨ ਆਪਾਂ ਜਿਹੜਾ ਆਉਣ ਵਾਲੇ ਸਮੇਂ ਦਾ ਇੱਕ ਸਿੱਖ ਖਾਨਦਾਨ ਅਸੀਂ ਉਹਦੇ ਨਾਲ ਪੈਦਾ ਕਰ ਰਹੇ ਹਾਂ, ਉਹ ਸਿੱਖੀ ਦੇ ਨਾਲ ਜੁੜ ਜਾਏਗਾ। ਸੋ ਬਹੁਤ ਸਾਰਾ ਜਿਸ ਢੰਗ ਦੇ ਨਾਲ ਵਿਕਾਸ ਹੋਇਆ ਉਹ ਅਸੀਂ ਜਿੱਥੋਂ ਗੱਲ ਸ਼ੁਰੂ ਹੋਈ ਸੀ ਤੇ ਇਸ ਵੇਲੇ ਅਸੀਂ ਜਿੱਥੇ ਬੈਠੇ ਹੋਏ ਹਾਂ ਇਹ ਸਾਰੀ ਵਾਰਤਾ ਸਾਡੀ ਜਾਰੀ ਰਹਿਣੀ। ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋਵਾਂਗੇ। अल्लाह नूर उपाया कुदरत के सब बंदे, एक नूर दे सब जग उपजा कौन भले को मंदे। जन परोपकारी आए जी दान दे भगती लाइन हर स्यों लैन मिलाए। ऐसे परोपकारी महापुरखां ਦੀ ਅਸੀਂ ਉਹਨਾਂ ਦੀ
ਕਰਮਾਂ ਦੀ ਗੱਲ ਕਰਦੇ ਪਏ, ਕਿਸ ਸ਼ਿੱਦਤ ਦੇ ਨਾਲ, ਕਿਸ ਵੱਡੇ ਪੱਧਰ ਦੇ ਉੱਤੇ ਇਹ ਸਾਰੇ ਕਾਰਜ ਹੋ ਰਹੇ ਨੇ। ਬਾਬਾ ਇਕਬਾਲ ਸਿੰਘ ਜੀ ਦੇਸ਼ ਵਿਦੇਸ਼ ਦੇ ਵਿੱਚ ਜਾ ਕਰਕੇ ਇਸ ਵਕਤ ਉਹਨਾਂ ਦੀ ਸਿਹਤ ਵੀ ਕਾਫੀ ਕਮਜ਼ੋਰ ਹੈ। ਜੇਕਰ ਮੈਡੀਕਲ ਪੱਖ ਤੋਂ ਦੇਖਿਆ ਜਾਏ ਤਾਂ ਕਾਫੀ ਸਾਰੀਆਂ ਪਰੇਸ਼ਾਨੀਆਂ ਉਹਨਾਂ ਨੂੰ ਇਸ ਵੇਲੇ ਜਿਹੜੀਆਂ ਉਹ ਫੇਸ ਕਰਦੇ ਪਏ ਨੇ, ਪਰ ਫਿਰ ਵੀ ਜਿਸ ਸ਼ਿੱਦਤ ਦੇ ਨਾਲ ਉਹ ਇਸ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ, ਖਾਸ ਤੌਰ ਤੇ ਇਸ ਯੂਨੀਵਰਸਿਟੀ ਦਾ ਜਿਹੜਾ ਪ੍ਰੋਜੈਕਟ ਜਿਹਨੂੰ ਲੈ ਕੇ ਉਹ ਬਹੁਤ ਤੇਜ਼ੀ ਦੇ ਨਾਲ ਵੀ ਕੰਮ ਕਰ ਰਹੇ ਨੇ। ਤੇ ਉਹਨਾਂ ਦੇ ਇੱਕ ਬਹੁਤ ਅਹਿਮ ਸਹਿਯੋਗੀਆਂ ਦੇ ਵਿੱਚੋਂ ਇੱਕ ਸਾਡੇ ਨਾਲ ਡਾਕਟਰ ਦਵਿੰਦਰ ਸਿੰਘ ਜੀ ਮੌਜੂਦ ਨੇ। ਮੇਰੇ ਖਿਆਲ ਕਾਫੀ ਲੰਬਾ ਅਰਸਾ ਇਹਨਾਂ ਨੇ ਜਿੱਥੇ ਉਹਨਾਂ ਦੇ ਨਾਲ ਸੰਗ ਕੀਤਾ, ਬਲਕਿ ਉਹਨਾਂ ਦੇ ਸਹਿਯੋਗੀ ਵੀ, ਕਿਉਂਕਿ ਫਾਈਨਾਂਸ ਦਾ ਲਾ ਲਈਏ ਜਾਂ ਐਜੂਕੇਸ਼ਨ ਦਾ, ਦੋ ਮੇਨ ਜਿਹੜੇ ਡਿਪਾਰਟਮੈਂਟਸ ਨੇ ਉਹ ਦੇਖਦੇ ਪਏ ਨੇ। ਸੋ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਪਏ ਸੀ ਕਿਉਂਕਿ ਸਟੈਪ ਬਾਏ ਸਟੈਪ ਜਿਵੇਂ ਜਿਵੇਂ ਲੋੜ ਮਹਿਸੂਸ ਹੁੰਦੀ ਗਈ ਐਜੂਕੇਸ਼ਨ ਦੇ ਵਿੱਚ, ਇੱਕ ਤਾਂ ਲੋਨ ਲੈ ਕੇ ਵੀ ਅਕੈਡਮੀਜ਼ ਬਣਾਈਆਂ ਗਈਆਂ, ਫਿਰ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਗਈ, ਹੁਣ ਫ੍ਰੀ ਵੀ ਜਿਹੜੇ ਤੁਸੀਂ 800-900 ਬੱਚਾ ਤੁਸੀਂ ਦੱਸਿਆ ਹਰ ਸਾਲ ਜਿਹੜਾ ਤੁਸੀਂ ਉਹ ਵੀ ਪੜ੍ਹਾ ਰਹੇ। ਇਹ ਹੁਣ ਕਿੱਥੇ ਤੱਕ ਅਗਲਾ ਅਕੈਡਮੀਜ਼ ਦਾ ਜੇ ਟਾਰਗੇਟ ਦੇਖੀਏ ਤਾਂ ਜਾਂ ਤੁਹਾਡਾ ਫਰਦਰ ਉਹਦੇ 'ਚ ਕੀ ਮਿਸ਼ਨ ਚੱਲਦਾ ਪਿਆ ਇਸ ਵੇਲੇ? ਜਿਹੜਾ ਇਹ ਅਕਾਲ ਯੂਨੀਵਰਸਿਟੀ ਦਾ ਪ੍ਰੋਜੈਕਟ ਇਹ ਵਿੱਚ ਆ ਗਿਆ ਤੇ ਫਾਈਨੈਂਸ਼ੀਅਲ ਕੰਸਟ੍ਰੇਂਟਸ ਹੋਣ ਦੇ ਕਾਰਨ ਸਾਡਾ ਜਿਹੜਾ ਪ੍ਰਾਇਮਰੀ ਸਾਡਾ ਏਰੀਆ ਆਫ ਕੰਸਰਨ ਹੈਗਾ ਉਹ ਹੈਗਾ ਕਿ ਅਸੀਂ ਬੱਚਿਆਂ ਨੂੰ ਬਚਾਉਣਾ ਹੈਗਾ, ਬੱਚਿਆਂ ਨੂੰ ਨਸ਼ੇ ਤੋਂ, ਗਲਤਾਨ ਹੋਣ ਤੋਂ ਰੋਕਣਾ ਹੈਗਾ। ਜਿਸ ਪੇਸ ਤੇ ਸਾਡੇ ਬੱਚੇ ਗਲਤ ਪਾਸੇ ਜਾ ਰਹੇ ਹਨ, ਉਹ ਪੇਸ ਅਸੀਂ ਤਾਂ ਹੀ ਰੋਕ ਸਕਦੇ ਹਾਂ ਜੇ ਅਸੀਂ ਹੋਰ ਅਕੈਡਮੀਜ਼ ਤੇਜ਼ੀ ਨਾਲ ਖੋਲ੍ਹ ਸਕੀਏ। ਸੋ ਇਹ ਹੁਣ ਜਿਸ ਤਰ੍ਹਾਂ ਵੀ ਸੰਗਤ ਦਾ ਸਹਿਯੋਗ ਹੋਏਗਾ, ਜਿਸ ਤਰ੍ਹਾਂ ਸੰਗਤ ਦਾ ਹੁਕਮ ਹੋਏਗਾ, ਜਿਸ ਤਰ੍ਹਾਂ ਮਹਾਂਪੁਰਸ਼ਾਂ ਦੀ ਖੇਡ ਵਰਤੇਗੀ, ਇਹ ਉਸ ਪੇਸ ਨਾਲ ਅਸੀਂ ਡਿਵੈਲਪ ਕਰਦੇ ਚਲੇ ਜਾਵਾਂਗੇ। ਕਿਉਂਕਿ ਇਹ ਅਕੈਡਮੀ, ਇਹ ਯੂਨੀਵਰਸਿਟੀ ਖੁੱਲ੍ਹਣੀ ਸੀਗੀ, ਇਸ ਵਾਸਤੇ ਥੋੜ੍ਹੀ ਦੇਰ ਲਈ ਅਸੀਂ 1-2 ਸਾਲ ਪੇਸ ਘੱਟ ਕਰਦੀ ਸੀਗੀ, ਪਰ ਸਾਡਾ ਆਬਜੈਕਟਿਵ ਤੇ ਬੜਾ ਕਲੀਅਰ ਹੈਗਾ ਕਿ ਐਸਾ ਪੰਜਾਬ ਦਾ ਕੋਈ ਪਿੰਡ ਨਾ ਬਚੇ ਜਿੱਥੇ ਕਿ ਅਸੀਂ ਇਹ ਫੈਸਿਲਿਟੀ ਉਪਲਬਧ ਨਾ ਕਰਾ ਸਕੀਏ। ਮਹਾਂਪੁਰਸ਼ਾਂ ਦਾ ਤੇ ਬੜਾ ਕਲੀਅਰ ਆਬਜੈਕਟਿਵ ਹੈਗਾ ਕਿ ਅਸੀਂ ਇਹ ਟਕਸਾਲ ਖੋਲ੍ਹੀ ਹੋਈ ਹੈ, ਇੰਡਸਟਰੀ ਖੋਲ੍ਹੀ ਹੋਈ ਹੈ ਅੱਛੇ ਇਨਸਾਨ ਘੜਨ ਦੀ। ਮੇਨ ਆਬਜੈਕਟਿਵ ਇਹ ਹੈ ਕਿ ਅੱਛੇ ਹਿਊਮਨ ਬੀਇੰਗਸ ਪੈਦਾ ਕਰ ਦਈਏ ਜਿਹੜੇ ਕਿ ਆਪਣੇ ਆਪ ਤੋਂ ਹਟ ਕੇ ਦੂਸਰੇ ਬਾਰੇ ਸੋਚ ਸਕਣ, ਪਰਉਪਕਾਰ ਜਿਨ੍ਹਾਂ ਦਾ ਲਾਈਫ ਦਾ ਆਬਜੈਕਟਿਵ ਹੋ ਜਾਏ, ਬਾਣੀ ਤੇ ਬਾਣੇ ਨਾਲ ਉਹ ਜੁੜੇ ਹੋਣ, ਸਹਿਜ ਅਵਸਥਾ 'ਚ ਹੋਣ, ਠਹਿਰਾਵ ਹੋਏ, ਗਰੀਬੀ ਹੋਏ ਉਹਨਾਂ ਦੇ ਮਨਾਂ ਵਿੱਚ। ਇਸ ਤਰ੍ਹਾਂ ਦੇ ਅਸੀਂ ਬੱਚੇ ਚਾਹੁੰਦੇ ਹਾਂ ਕਿ ਪੈਦਾ ਕਰੀਏ ਤਾਂ ਕਿ ਇਸ ਜਲਦੇ ਬਲਦੇ ਯੁੱਗ ਨੂੰ ਥੋੜ੍ਹੀ ਠੰਡ ਪਹੁੰਚੇ। ਡਾਕਟਰ ਸਾਹਿਬ, ਇੱਕ ਸਵਾਲ ਮੈਂ ਸਮਝਦਾ ਇਸ ਵੇਲੇ ਬੜਾ ਸਹੀ ਹੈ ਤੇ ਤੁਸੀਂ ਰਿਸੋਰਸ ਪਰਸਨ ਵੀ ਬੜੇ ਸਹੀ ਉਹਦੇ 'ਤੇ ਕਮੈਂਟ ਕਰਨ ਵਾਸਤੇ। ਜਿਹੜੀ ਡਰੈਸ ਕੋਡ ਤੁਸੀਂ ਲਾਗੂ ਕੀਤਾ, ਉਹ ਕਿਵੇਂ, ਉਹਦੀ ਡਰੈਸ ਕੋਡ ਦੀ ਕਿਵੇਂ ਸਿਲੈਕਸ਼ਨ ਹੋਈ ਜਾਂ ਕੀ ਉਹਦੇ 'ਚ ਮਿੱਥ ਕੇ ਤੁਸੀਂ ਚੱਲੇ? ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਇਹ ਡਰੈਸ ਕੋਡ ਬੱਚਿਆਂ ਦੇ ਵਾਸਤੇ ਇੱਕ ਇਹ ਵੀ ਆਪਣੇ ਆਪ 'ਚ ਬੜਾ ਵੱਖਰਾ ਜਿਹਾ ਕਨਸੈਪਟ ਲੱਗਦਾ ਹੈ। ਜੀ, ਅਸੀਂ ਬੱਚਿਆਂ ਨੂੰ ਇਹੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਈ ਤੁਸੀਂ ਸਿੰਪਲ ਲਿਵਿੰਗ ਵਿੱਚ ਵਿਸ਼ਵਾਸ ਕਰਨਾ ਹੈਗਾ। ਸਾਡੀ ਬੇਸਿਕ ਫਿਲਾਸਫੀ ਇਹ ਹੈ ਕਿ ਜਿਹੜਾ ਸਰੀਰ ਤੋਂ ਅਸੀਂ ਉੱਪਰ ਉੱਠਣਾ ਹੈਗਾ, ਸਰੀਰ ਦੇ ਸੁੱਖਾਂ ਤੋਂ ਉੱਪਰ ਉੱਠਣਾ ਹੈਗਾ। ਜੇ ਅਸੀਂ ਉਹਨਾਂ ਨੂੰ ਗੁਰਬਾਣੀ ਪੜ੍ਹਾਉਂਦੇ ਹਾਂ ਔਰ ਫਿਰ ਅਸੀਂ ਉਹਨਾਂ ਨੂੰ ਆਪਣੇ ਆਪ ਨੂੰ ਸੰਵਾਰਨ ਵਿੱਚ ਔਰ ਖੂਬਸੂਰਤ ਲੱਗਣ ਵਿੱਚ ਜੇ ਅਸੀਂ ਉਹਨਾਂ ਦੀ ਦ੍ਰਿਸ਼ਟੀ ਕਰ ਦਈਏ ਤੇ ਫਿਰ ਉਹ ਦੋਨਾਂ ਵਿੱਚ ਮੇਲ ਨਹੀਂ ਖਾਏਗਾ। ਜੋ ਸਿੱਖ ਰਹੇ ਹਨ ਮਨ ਬਚ ਕਰਨ ਵਿੱਚ ਅੰਤਰ ਆਉਣਾ ਸ਼ੁਰੂ ਹੋ ਜਾਏਗਾ, ਬੱਚੇ ਦੇ ਮਨ ਦੁਵਿਧਾ ਆ ਜਾਏਗੀ। ਸੋ ਇਹ ਸਿੰਪਲ ਲਿਵਿੰਗ ਐਂਡ ਹਾਈ ਥਿੰਕਲ ਦਾ ਜੋ ਪੁਰਾਣਾ ਸੇਇੰਗ ਹੈਗੀ, ਉਸ ਦੇ ਅਨੁਕੂਲ ਅਸੀਂ ਇਹ ਬਾਬਾ ਜੀ ਨੇ ਸੋਚਿਆ ਸੀਗਾ, ਇਹ ਨਿਰਣੈ ਲਿਆ ਸੀਗਾ ਕਿ ਵੀ ਅਸੀਂ ਜੋ ਡਰੈਸ ਪਾਣੀ ਹੈਗੀ, ਜੋ ਪੁਰਾਤਨ ਸਿੰਘਾਂ ਦੀ ਡਰੈਸ ਸੀਗੀ, ਕੁੜਤਾ ਪਜਾਮਾ, ਅਸੀਂ ਉਹੀ ਬੱਚਿਆਂ ਨੂੰ ਅਸੀਂ ਪਹਿਰਾਣਾ ਹੈਗਾ ਤਾਂ ਕਿ ਉਹ ਬਿਯੋਂਡ ਅਪੀਅਰੈਂਸਿਸ ਹੋ ਸਕਣ। ਲਾਈਫ ਦਾ ਆਬਜੈਕਟਿਵ ਉਹਨਾਂ ਦਾ ਕੇਵਲ ਮਟੀਰੀਅਲ ਇਕੱਠੇ ਕਰਨਾ ਔਰ ਆਪਣੇ ਆਪ ਨੂੰ ਅਪੀਅਰੈਂਸ ਹੋਰ ਵਿਕਾਸ ਹੋਰ ਚੰਗਾ ਬਣਾ ਕੇ ਦਿਖਾਉਣ ਦੀ ਬਜਾਏ ਆਪਣੇ ਅੰਦਰੂਨੀ ਉਹ ਉੱਚੇ ਸੁੱਚੇ ਹੋ ਜਾਣ ਤਾਂ ਕਿ ਚਟਾਨ ਤਰ੍ਹਾਂ ਉਹ ਖੜੇ ਹੋ ਜਾਣ। ਜੋ ਵੀ ਗਲਤ ਕੰਮ ਹੋ ਰਿਹਾ ਸੁਸਾਇਟੀ ਦੇ, ਉਹਨਾਂ ਨੂੰ ਉਹ ਰੋਕ ਸਕਣ, ਉਹਨਾਂ ਵਾਸਤੇ ਉਹ ਲਾਈਟ ਹਾਊਸ ਚਾਨਣ ਮਨਾਰਾ ਬਣ ਸਕਣ। ਇਹ ਇਸ ਆਬਜੈਕਟਿਵ ਨਾਲ ਇਹ ਸੀਗਾ ਕਿ ਵੀ ਅਸੀਂ
ਬੱਚਿਆਂ ਨੂੰ ਸਿੰਪਲ ਡਰੈਸ ਇਹ ਬਿਲਕੁਲ ਦਿੱਤੀ ਗਈ ਹੈਗੀ। ਬੱਚੇ ਵੀ ਇਹ ਡਰੈਸ ਪਾਉਂਦੇ ਹਨ, ਬੱਚੀਆਂ ਵੀ ਇਹ ਡਰੈਸ ਪਾਉਂਦੀਆਂ ਹਨ, ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦਾ ਕੋਈ ਕੰਪਲੈਕਸ, ਕੋਈ ਇਨਫੀਰੀਅਰਿਟੀ ਉਹਨਾਂ ਦੇ ਮਨ 'ਚ ਨਾ ਆਏ ਕਿ ਵੀ ਅਸੀਂ ਲੜਕਿਆਂ ਤੋਂ ਪਿੱਛੇ ਹਨ। ਇਹ ਇਸ ਦੇ ਨਾਲ ਨਾਲ ਹੀ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਸੰਸਥਾ ਹੈਗੀ ਕਲਗੀਧਰ ਟਰਸਟ, ਇਹ ਵਿਮਨ ਐਮਪਾਵਰਮੈਂਟ ਵਿੱਚ ਇਸਦਾ ਬਹੁਤ ਹੀ ਜ਼ਿਆਦਾ ਯੋਗਦਾਨ ਹੈਗਾ, ਕਿਉਂਕਿ ਸਾਡੇ ਸਕੂਲਾਂ ਵਿੱਚ ਬੱਚਿਆਂ ਦਾ ਵੀ ਉਹੀ ਸਥਾਨ ਹੈਗਾ ਜੋ ਕਿ ਬੱਚਿਆਂ ਦਾ ਹੈਗਾ। ਸੇਮ ਫੈਸਿਲਿਟੀ ਸਾਰੇ ਇਸਤੇਮਾਲ ਕਰ ਰਹੇ ਹਨ, ਔਰ ਜਿਹੜਾ ਇਹ ਵਿਮਨ ਐਮਪਾਵਰਮੈਂਟ ਪ੍ਰੋਗਰਾਮ ਹੈ ਇਹ ਐਕਸਕਲੂਸਿਵਲੀ ਲੜਕੀਆਂ ਦਾ ਹੀ ਹੈ। ਐਜ਼ ਅ ਪੋਲਿਸੀ ਮੈਟਰ ਇਸ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇੱਕ ਇਹ ਵੀ ਬਾਈ ਐਂਡ ਲਾਰਜ ਆਬਜੈਕਟਿਵ ਰੱਖਿਆ ਹੋਇਆ ਹੈ ਕਿ ਸਾਡੇ ਸਾਰੇ ਸਕੂਲਾਂ ਦੀ ਜਿਹੜੀਆਂ ਪ੍ਰਿੰਸੀਪਲਸ ਹਨ ਉਹ ਵੀ ਲੇਡੀਜ਼ ਹੀ ਹੋਣ, ਤਾਂ ਕਿ ਇੱਕ ਤਾਂ ਉਹਨਾਂ 'ਚ ਥੋੜ੍ਹੀ ਸੈਂਸਿਟਿਵਿਟੀ ਜ਼ਿਆਦਾ ਹੁੰਦੀ ਹੈਗੀ, ਬੱਚਿਆਂ ਦੀ ਨੀਡਸ ਜ਼ਿਆਦਾ ਸਮਝ ਸਕਦੀਆਂ ਹਨ, ਪਲੱਸ ਉਹਨਾਂ ਦੀ ਜੋ ਐਮਪਾਵਰਮੈਂਟ ਹੋ ਜਾਏਗੀ ਅਤੇ ਜਿਹੜੀ ਬੱਚੀਆਂ ਅਸੀਂ ਟ੍ਰੇਨ ਕਰ ਰਹੇ ਹਾਂ ਟੀਚਰ ਵਾਸਤੇ, ਉਹਨਾਂ ਨੂੰ ਵੀ ਹੌਸਲਾ ਹੋ ਜਾਏਗਾ ਕਿ ਵੀ ਅਸੀਂ ਵੀ ਕੱਲ੍ਹ ਸਕੂਲ ਦੇ ਪ੍ਰਿੰਸੀਪਲ ਲਗਾਂਗੇ। ਅਤੇ ਇਹ ਸਾਡਾ ਆਬਜੈਕਟਿਵ ਹੈਗਾ ਜੀ, ਅੱਛੇ ਬੱਚੇ, ਅੱਛੇ ਸੁੱਚੇ ਸੱਚੇ ਬੱਚੇ ਪੈਦਾ ਹੋ ਜਾਣ। ਮਨ ਤਾਂ ਇਹੀ ਕਰਦਾ ਜੀ ਕਿ ਅੱਜ ਤੋਂ 20-25 ਸਾਲ ਬਾਅਦ ਜਿਤਨੇ ਵੀ ਇੰਪੋਰਟੈਂਟ ਡਿਸੀਜਨ ਮੇਕਿੰਗ ਪੋਸਟਸ ਹੈਗੀਆਂ ਐਟਲੀਸਟ ਪੰਜਾਬ ਦੀਆਂ, ਉੱਥੇ ਕੋਈ ਨਾ ਕੋਈ ਅਕਾਲ ਸਕਾਲਰ ਜ਼ਰੂਰ ਬੈਠਾ ਹੋਏ, ਤਾਂ ਕਿ ਜੁਡੀਸ਼ੀਅਸ ਡਿਸੀਜਨ ਲੈ ਸਕੇ, ਪਰਉਪਕਾਰ ਭਲਾ ਕਰ ਸਕੇ ਲੋਕਾਈ ਦਾ। ਜੀ, ਇਹ ਆਬਜੈਕਟਿਵ ਹੈਗਾ। ਸੋ ਇੱਕ ਬੜਾ ਵੱਡਾ ਮਿਸ਼ਨ ਲੈ ਕੇ ਤੇ ਪਰਉਪਕਾਰ ਦਾ ਮਿਸ਼ਨ ਤੇ ਉਸ ਨੂੰ ਲੈ ਕੇ ਚੱਲੇ ਹੋਏ ਨੇ। ਤੇ ਹੁਣ ਗੱਲ ਆਪਾਂ ਇਸ ਡਿਵੈਲਪਮੈਂਟ ਦੀ ਕਰੀਏ ਜੇਕਰ, ਤੇ ਇਹ ਹੁਣ ਕਿਸ ਲੈਵਲ ਤੇ ਪਹੁੰਚ ਗਿਆ? ਵੈਸੇ ਬਿਲਡਿੰਗ ਜਾਂ ਉਹ ਸਾਰਾ ਕੁਝ ਦੇਖੀਏ ਤਾਂ ਲੱਗਦਾ ਕਿ ਲਗਭਗ ਤਿਆਰ ਹੈ। ਜੀ ਜੀ, ਇਹ ਹੁਣ ਨਾ ਜੀ ਤਕਰੀਬਨ ਅਸੀਂ ਜੋ ਰਿਕੁਆਇਰਮੈਂਟ ਸੀਗੀ 6 ਲੱਖ ਸਕੁਏਅਰ ਫੁੱਟ ਕਵਰਡ ਏਰੀਆ ਬਣਾਉਣ ਦੀ, ਉਹ ਅਸੀਂ ਜੋ ਮਿਨੀਮਮ ਰਿਕੁਆਇਰਮੈਂਟ ਸੀ ਅਸੀਂ ਪੂਰੀ ਕਰ ਲਈ ਹੈਗੀ ਜੀ। ਜੋ ਪੰਜਾਬ ਯੂਨੀਵਰਸਿਟੀ ਦੀ ਜੋ ਟੀਮ ਆਈ ਸੀਗੀ ਜਿਨ੍ਹਾਂ ਨੇ ਕਿ ਇਹ ਸਾਰਾ ਇੰਸਪੈਕਟ ਕਰਨਾ ਸੀ, ਉਹਨਾਂ ਨੇ ਸਾਰਾ ਦੇਖ ਲਿਆ ਹੈਗਾ, ਉਹਨਾਂ ਨੇ ਬੜਾ ਖੁਸ਼ੀ ਨਾਲ ਇਸ ਨੂੰ ਅਪਰੂਵਲ ਦਿੱਤਾ ਹੈਗਾ। ਅਤੇ ਨੈਕਸਟ ਹੁਣ ਜਿਹੜੀ ਪੰਜਾਬ ਵਿਧਾਨ ਸਭਾ ਵਿੱਚ ਅਕਾਲ ਯੂਨੀਵਰਸਿਟੀ ਐਕਟ ਪਾਸ ਹੋਣਾ ਹੈਗਾ, ਉਸ ਤੋਂ ਬਾਅਦ ਇਹ ਯੂਨੀਵਰਸਿਟੀ ਸਥਾਪਿਤ ਹੋ ਜਾਏਗੀ। ਅਤੇ ਅਸੀਂ ਅਗਲੇ ਸੈਸ਼ਨ ਵਿੱਚ ਦੈਟ ਇਜ਼ ਜੁਲਾਈ ਅਗਸਟ 2015 ਵਿੱਚ ਅਸੀਂ ਇਸ ਦੇ ਐਜੂਕੇਸ਼ਨਲ ਪ੍ਰੋਗਰਾਮਸ ਸ਼ੁਰੂ ਕਰ ਲੈਣੇ ਹਨ। ਇਹ ਅਸੀਂ ਇਸ ਉਮੀਦ ਨਾਲ ਅਸੀਂ ਹੁਣ ਚੱਲ ਰਹੇ ਹਾਂ, ਉਸੀ ਦਿਸ਼ਾ ਵਿੱਚ ਅਸੀਂ ਹੁਣ ਚੱਲ ਰਹੇ ਹਾਂ। ਜਿਹੜੇ ਐਜੂਕੇਸ਼ਨਲ ਪ੍ਰੋਗਰਾਮ ਮੇਨਲੀ ਅਸੀਂ ਹੁਣ ਸ਼ੁਰੂ ਕਰਾਂਗੇ, ਇੱਕ ਤੇ ਮੇਨ ਜੋ ਆਬਜੈਕਟਿਵ ਸੀਗਾ ਕਿ ਇੱਥੇ ਉੱਚ ਕੋਟੀ ਦੀ ਰਿਸਰਚ ਹੋਏ, ਅਧਿਐਨ ਹੋਏ, ਅਤੇ ਸਾਡਾ ਇੱਕ ਜਿਹੜਾ ਮੇਨ ਫੰਡਾਮੈਂਟਲ ਪ੍ਰੋਗਰਾਮ ਹੋਏਗਾ ਉਹ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦਾ ਹੋਏਗਾ ਜੀ, ਜਿੱਥੇ ਕਿ ਸਕਾਲਰਸ ਫਰੋਮ ਆਲ ਓਵਰ ਦਾ ਵਰਲਡ ਆਉਣ, ਇੱਥੇ ਬੈਠ ਕੇ ਰਿਸਰਚ ਕਰਨ, ਕੰਪੈਰੇਟਿਵ ਰਿਲੀਜਨਸ ਦੀ ਸਟੱਡੀ ਹੋਏ, ਹੋਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਵੀ ਅਸੀਂ ਕਰ ਸਕੀਏ, ਤਾਂ ਕਿ ਦੁਨੀਆ ਦੇ ਜਿੱਥੇ ਵੀ ਲੋਕ ਰਹਿ ਰਹੇ ਹਨ, ਜਿਹੜੇ ਵੀ ਧਰਮਾਂ ਦੇ ਹਨ, ਜਿੱਥੇ ਵੀ ਉਹਨਾਂ ਨੂੰ ਬੇਚੈਨੀ ਹੋ ਰਹੀ ਹੈਗੀ, ਮੈਟੀਰੀਅਲਿਜ਼ਮ ਤੋਂ ਉਕਤਾ ਗਏ ਹਨ, ਸ਼ਾਂਤੀ ਲੱਭਦੇ ਹਨ, ਉਹਨਾਂ ਨੂੰ ਇਹ ਫੈਸਿਲਿਟੀ ਅਵੇਲੇਬਲ ਹੋ ਜਾਏ ਕਿ ਉਹਨਾਂ ਦੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜੋ ਸ਼ਾਂਤੀ ਦਾ ਮੈਸੇਜ ਹੈ, ਜੋ ਪਿਆਰ ਦਾ ਮੈਸੇਜ ਹੈ, ਜੋ ਉਹ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਮਿਲ ਸਕੇ। ਮੈਜੋਰਿਟੀ ਰਿਲੀਜਨਸ ਆਪਣੇ ਫੇਥ ਬਾਰੇ, ਆਪਣੇ ਇਸ਼ਟ ਬਾਰੇ, ਆਪਣੇ ਸੇਂਟ ਬਾਰੇ ਗੱਲ ਕਰ ਰਹੇ ਹੁੰਦੇ ਹਨ। ਅਸੀਂ ਇਹ ਦੁਨੀਆ ਨੂੰ ਪ੍ਰਗਟ ਕਰਨਾ ਚਾਹਾਂਗੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜੋ ਕ੍ਰੀਏਸ਼ਨ ਕੀਤੀ ਹੈ 10ਵੇਂ ਪਾਤਸ਼ਾਹ ਨੇ, ਜਿਸ ਵਿੱਚ ਕਿ ਉਹਨਾਂ ਨੇ ਅਨੇਕ ਧਰਮਾਂ ਦੇ ਮੁਸਲਿਮ ਸੇਂਟਸ, ਹਿੰਦੂ ਸੇਂਟਸ, ਕੋਈ ਉੱਚ ਬ੍ਰਾਹਮਣ ਹੈਗਾ, ਕੋਈ ਸ਼ੂਦਰ ਹੈਗਾ, ਕੋਈ ਕੌਬਲਰ ਹੈਗਾ, ਉਹਨਾਂ ਦੇ ਜਿਹੜੇ ਵੀ ਸਪਿਰਿਚੁਅਲ ਰਸਤੇ 'ਤੇ ਸੇਂਟਸ ਗਏ ਹਨ, ਔਰ ਉਹ ਆਪਣੇ ਆਪ ਨੂੰ ਆਪਣੀ ਮੈਡੀਟੇਸ਼ਨ ਨਾਲ, ਸੇਵਾ ਨਾਲ ਸਪਿਰਿਚੁਅਲੀ ਐਲੀਵੇਟ ਕਰ ਪਾਏ ਹਨ, ਇੱਕਮਿਕ ਹੋ ਪਾਏ ਹਨ ਪਰਮਾਤਮਾ ਨਾਲ। ਉਨ ਸੇਂਟਸ ਦੀ ਬਾਣੀ ਜਿਹੜੀ ਕਿ ਇੱਥੇ ਦਰਜ ਹੈਗੀ, ਇਹ ਮੈਸੇਜ ਅਸੀਂ ਜਦ ਸਾਰੀ ਦੁਨੀਆ ਵਿੱਚ ਜੇ ਅਸੀਂ ਪਹੁੰਚਾ ਪਾਈਏ ਤਾਂ ਸਾਨੂੰ ਲੱਗੇਗਾ ਕਿ ਵੀ ਜੋ ਇੱਕ ਕਰਜ਼ਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਡੇ 'ਤੇ, ਅਸੀਂ ਸ਼ਾਇਦ ਇਸਦਾ ਇੱਕ ਛੋਟਾ ਜਿਹਾ ਹਿੱਸਾ ਚੁਕਾ ਸਕੇ ਹਾਂ, ਤਾਂ ਕਿ ਜੋ
ਅਸੀਂ ਜੇ ਇਹ ਸਮਝ ਲਈਏ ਕਿ ਕਿਤਨੀ ਵਿਜ਼ਨ ਸੀਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ, ਕਿ ਉਹਨਾਂ ਨੇ ਅਸੀਂ ਗੱਲਾਂ ਕਰਦੇ ਹਾਂ ਕਾਸਟ ਸਿਸਟਮ ਰਿਮੂਵ ਕਰਨ ਦੀ, ਅਸੀਂ ਗੱਲਾਂ ਕਰਦੇ ਹਾਂ ਰਿਲੀਜਨ ਦੇ ਵਿੱਚ ਬੈਰੀਅਰਸ ਨੂੰ ਰਿਮੂਵ ਕਰਨ ਦੀ। ਅੱਜ ਤੋਂ 400 ਸਾਲ ਪਹਿਲਾਂ ਸਾਨੂੰ ਬੜਾ ਕਲੀਅਰ ਮੈਸੇਜ ਦੇ ਦਿੱਤਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਸਾਡੇ ਗੁਰੂਆਂ ਨੇ, ਕਿ ਬਈ ਜੇ ਅਸੀਂ ਨਮਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਤੇ ਫਿਰ ਅਸੀਂ ਉਨ ਸਾਰੇ ਮਹਾਪੁਰਸ਼ਾਂ ਬ੍ਰਹਮ ਗਿਆਨਾਂ ਨੂੰ ਨਮਨ ਕਰ ਰਹੇ ਹਾਂ ਜਿਨ੍ਹਾਂ ਦੀ ਬਾਣੀ ਉਸ ਵਿੱਚ ਦਰਜ ਹੈਗੀ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਵੀ ਅਸੀਂ ਜਾਂ ਸਾਡਾ ਰਿਲੀਜਨ ਦੂਜੇ ਰਿਲੀਜਨ ਤੋਂ ਸੁਪੀਰੀਅਰ ਹੈਗਾ? ਇੱਕ ਰਸਤਾ ਹੈਗਾ ਪਰਮਾਤਮਾ ਨੂੰ ਪਾਉਣ ਦਾ। ਸੋ ਇਨ ਸਿੰਪਲ ਟਰਮਸ ਜਿਹੜਾ ਸਾਡਾ ਸਪਿਰਿਚੁਅਲਿਟੀ ਦਾ ਜਿਸਨੇ ਵੀ ਕੋਈ ਅਧਿਐਨ ਕਰਨਾ ਹੈਗਾ, ਜਿਸਨੇ ਵੀ ਇਹ ਜੀਵਨ ਜਾਚ ਸਿੱਖਣੀ ਹੈ ਸਪਿਰਿਚੁਅਲ ਵੇ ਆਫ ਲਾਈਫ ਦੀ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈਗੀ। ਕੋਈ ਜਾਤ ਪਾਤ ਦਾ, ਕੋਈ ਰਿਲੀਜਨ ਦਾ ਕਿਧਰੇ ਵੀ ਭੇਦਭਾਵ ਨਹੀਂ ਹੈਗਾ। ਬਿਲਕੁਲ ਜੀ। ਸੋ ਇਹ ਬੜੀ ਵੱਡੀ ਥਾਟ ਜਿਹੜੀ, ਬੜਾ ਵੱਡਾ ਮਿਸ਼ਨ ਮੈਂ ਸਮਝਦਾ ਹਰ ਸਿੱਖ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਕਿਤੇ ਨਾ ਕਿਤੇ ਆਉਂਦੀ ਜਦ ਵੀ ਉਹ ਸੋਚਦਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਤੇ ਤੁਸੀਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਰੇ ਬੜੇ ਸੂਝਵਾਨ ਸੰਗਤ ਦੇ ਮੈਂਬਰ ਜਿਹੜੇ ਨੇ, ਉਹ ਵੀ ਇਸ ਗੱਲ ਨੂੰ ਲੈ ਕੇ ਕਈ ਵਾਰ ਚਿੰਤਾ ਜ਼ਾਹਰ ਵੀ ਕਰਦੇ ਨੇ ਕਿ ਅਸੀਂ ਅਜੇ ਉਹ ਕੁਝ ਨਹੀਂ ਕਰ ਸਕੇ ਜੋ ਕਰਨਾ ਚਾਹੀਦਾ। ਮੈਂ ਮਹਿਸੂਸ ਕਰ ਰਿਹਾ ਕਿ ਸ਼ਾਇਦ ਇਹ ਇੱਕ ਬੜਾ ਵੱਡਾ ਇਨੀਸ਼ੀਏਟਿਵ ਜਿਹੜਾ ਕੌਮ ਦੇ ਵਾਸਤੇ ਲਿਆ ਜਾ ਰਿਹਾ, ਕਿ ਜਿਹਦੇ ਨਾਲ ਇਹ ਆਵਾਜ਼ ਜਿਹੜੀ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪੂਰੀ ਦੁਨੀਆ ਦੇ ਵਿੱਚ ਉਸ ਰੂਪ ਦੇ ਵਿੱਚ ਫੈਲੇ। ਕਿਉਂਕਿ ਪਿਆਸ ਤਾਂ ਹਰ ਪਾਸੇ ਲੱਗੀ ਹੋਈ ਹੈ, ਪਰ ਅੰਮ੍ਰਿਤ ਦਾ ਕੁੰਡ ਜੋ ਹੈ ਉਹਨੂੰ ਇਸ ਢੰਗ ਦੇ ਨਾਲ ਆਪਾਂ ਸਾਰੇ ਪੇਸ਼ ਕੀਤਾ ਜਾਏ ਕਿ ਸਾਰੇ ਉਸ ਦਾ ਲਾਭ ਲੈ ਸਕਣ। ਇਹਦੇ ਵਾਸਤੇ ਇਹ ਇੱਕ ਬਹੁਤ ਵੱਡਾ ਜਿਹੜਾ ਅਦਾਰਾ ਬਣ ਚੁੱਕਾ ਹੈ। ਇੱਕ ਗੱਲ ਹੋਰ ਇੱਥੇ ਤੁਸੀਂ ਸਰ ਦੱਸ ਰਹੇ ਸੀ ਕਿ ਦੁਨੀਆ ਭਰ ਤੋਂ ਸਕਾਲਰਸ ਆਉਣਗੇ, ਰਿਸਰਚ ਕਰਨਗੇ, ਪਰ ਮੈਂ ਸਮਝਦਾ ਕਿ ਅਜੇ ਤਾਂ ਹੋਰ ਵੀ ਕਾਫੀ ਕੁਝ ਹੋਣਾ ਬਾਕੀ, ਕਿਉਂਕਿ ਬਾਹਰੋਂ ਜਦ ਸਕਾਲਰਸ ਆਉਣਗੇ ਉਹਨਾਂ ਦੇ ਰਹਿਣ ਦੇ ਪ੍ਰਬੰਧ ਜਾਂ ਹੋਰ ਸਾਰਾ ਇਨਫਰਾਸਟ੍ਰਕਚਰ, ਅਜੇ ਹੋਰ ਵੀ ਕਾਫੀ ਕੁਝ ਡਿਵੈਲਪਮੈਂਟ ਹੋਣੀ ਬਾਕੀ ਹੈ ਮੈਨੂੰ ਲੱਗਦਾ ਹੈ ਜੀ। ਫਿਲਹਾਲ ਅਸੀਂ ਜੀ ਇਨੀਸ਼ੀਅਲੀ ਰੈਜ਼ੀਡੈਂਸ ਵਾਸਤੇ ਕੁਝ ਬਿਲਡਿੰਗਸ ਨੇੜੇ ਹਾਇਰ ਕਰਾਂਗੇ, ਜਿੱਥੇ ਕਿ ਆ ਕੇ ਫੈਕਲਟੀ ਜਾਂ ਬਾਹਰੋਂ ਜੋ ਵੀ ਸੰਗਤ ਆਏਗੀ, ਜੋ ਵੀ ਰਿਸਰਚ ਕਰਨ ਆਉਣਗੇ ਸਕਾਲਰ, ਉਹਨਾਂ ਦੇ ਰਹਿਣ ਵਾਸਤੇ ਇੰਤਜ਼ਾਮ ਕੀਤਾ ਜਾਏ। ਤੇ ਜਲਦੀ ਹੀ ਜਦ ਇੱਕ ਵਾਰੀ ਯੂਨੀਵਰਸਿਟੀ ਇਸਟੈਬਲਿਸ਼ ਹੋ ਜਾਂਦੀ ਹੈ, ਜੋ ਹੋਰ ਇਨਫਰਾਸਟ੍ਰਕਚਰ ਬਣਨਾ ਹੈਗਾ, ਹੋਸਟਲਸ ਬਣਨੇ ਹੈਗੇ, ਰੈਜ਼ੀਡੈਂਸ਼ੀਅਲ ਕੁਆਰਟਰਸ ਬਣਨੇ ਹੈਗੇ, ਇੱਥੇ ਇੱਕ ਹਸਪੀਟਲ ਵੀ ਡਿਵੈਲਪ ਹੋਣਾ ਹੈਗਾ, ਕਿਉਂਕਿ ਇਹ ਬਠਿੰਡੇ ਦੀ ਬੈਲਟ ਇਸ ਤਰ੍ਹਾਂ ਦੀ ਹੈਗੀ ਜਿੱਥੇ ਕਿ ਜਿਸ ਨੂੰ ਕੈਂਸਰ ਬੈਲਟ ਆਫ ਇੰਡੀਆ ਕਹਿੰਦੇ ਹਨ। ਹਾਈਐਸਟ ਇਨਸੀਡੈਂਸ ਕੈਂਸਰ ਦਾ ਪੂਰੇ ਹਿੰਦੁਸਤਾਨ ਦਾ ਇਸ ਛੋਟੇ ਜਿਹੇ ਏਰੀਆ ਵਿੱਚ ਹੈਗਾ ਜੀ। ਪ੍ਰੋਬੇਬਲੀ ਰੇਡੀਓ ਐਕਟਿਵ ਸਬਸਟੈਂਸਸ ਹੈਗੀਆਂ ਇੱਥੇ ਦੀ ਸੋਇਲ ਵਿੱਚ, ਜਿਸ ਦੇ ਕਾਰਨ ਇਹਨਾਂ ਨੂੰ ਤਕਲੀਫ ਹੋ ਜਾਂਦੀ ਹੈਗੀ ਕੈਂਸਰ ਦੀ। ਤੇ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਵੀ ਫੈਸਿਲਿਟੀ ਇਹਨਾਂ ਦੇ ਟ੍ਰੀਟਮੈਂਟ ਦੀ ਇੱਥੇ ਅਵੇਲੇਬਲ ਹੋ ਜਾਏ ਸੰਗਤ ਦੀ। ਹੋਰ ਇਸ 'ਤੇ ਵੀ ਕੈਂਸਰ 'ਤੇ ਵੀ ਅਸੀਂ ਰਿਸਰਚ ਕਰ ਸਕੀਏ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਪ੍ਰੀਵੈਂਸ਼ਨ ਹੋ ਸਕੇ ਇਸ ਕੈਂਸਰ ਦੀ, ਤਾਂ ਕਿ ਜੋ ਇਹ ਪ੍ਰਕੋਪ ਇੱਥੇ ਛਾਇਆ ਹੋਇਆ ਹੈ ਉਹ ਅਸੀਂ ਕੰਟਰੋਲ ਕਰ ਸਕੀਏ ਜੀ। ਤੇ ਮੇਨ ਤੇ ਸਾਡਾ ਜਿਹੜਾ ਫੋਕਸ ਹੈਗਾ ਜੀ ਉਹ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦਾ ਹੋਏਗਾ। ਇਸ ਦੇ ਇਲਾਵਾ ਜਿਹੜੇ ਸਾਡੇ ਗ੍ਰੈਜੂਏਸ਼ਨ ਦੇ ਪ੍ਰੋਗਰਾਮਸ ਹੋਣਗੇ, ਹਿਊਮੈਨਿਟੀਜ਼, ਸਾਇੰਸਿਸ, ਕਾਮਰਸ, ਤਿੰਨੋਂ ਸਟਰੀਮਸ ਅਸੀਂ ਸ਼ੁਰੂ ਕਰਾਂਗੇ ਜੀ। ਮਾਸਟਰਸ ਦੇ ਪ੍ਰੋਗਰਾਮ ਵੀ ਕੁਝ ਸਬਜੈਕਟ ਸ਼ੁਰੂ ਕਰਾਂਗੇ, ਜਿਵੇਂ ਕਿ ਮੇਨਲੀ ਇਕਨੋਮਿਕਸ। ਸੋ ਇਕਨੋਮਿਕਸ ਸਾਡਾ ਪ੍ਰੋਗਰਾਮ ਕਾਫੀ ਸਟਰੋਂਗ ਹੋਏਗਾ। ਤੇ ਅਦਰਵਾਈਜ਼ ਹੋਰ ਸਬਜੈਕਟਸ ਵਿੱਚ ਵੀ ਜਿਹੜੇ ਕਿ ਹਿਊਮੈਨਿਟੀ ਦਾ ਸਬਜੈਕਟਸ ਹੈ ਉਹਨਾਂ ਵਿੱਚ ਵੀ ਮਾਸਟਰ ਹੋਏਗੀ। 1 ਜਾਂ 2 ਪ੍ਰੋਗਰਾਮ ਵਿੱਚ ਰਿਸਰਚ ਹੋਰ ਡਾਕਟਰੇਟ ਦੀ ਪੜ੍ਹਾਈ ਵੀ ਕਰਾਵਾਂਗੇ ਜੀ, PhD ਕਰਾਵਾਂਗੇ। ਮੇਨਲੀ ਸ਼ੁਰੂ ਵਿੱਚ ਇਕਨੋਮਿਕਸ ਦੀ, ਹੋਰ ਲੈਂਗੁਏਜਸ ਦੀ। ਆਬਜੈਕਟਿਵ ਬੇਸਿਕਲੀ ਇਹ ਹੈਗਾ ਕਿ ਅਸੀਂ ਜੀ ਐਕੈਡੈਮਿਕ ਐਕਸਲੈਂਸ ਅਚੀਵ ਕਰਨੀ ਹੈਗੀ। ਇਸ ਟਾਈਮ 15-20 ਯੂਨੀਵਰਸਿਟੀਜ਼ ਪੰਜਾਬ 'ਚ ਖੁੱਲ੍ਹ ਚੁੱਕੀਆਂ ਹਨ। ਸਾਡਾ ਆਬਜੈਕਟਿਵ ਇਹ ਬਿਲਕੁਲ ਨਹੀਂ ਸੀਗਾ ਕਿ ਵੀ ਇੱਕ ਹੋਰ ਯੂਨੀਵਰਸਿਟੀ ਉਸ ਵਿੱਚ ਅਸੀਂ ਐਡ ਕਰ ਦਈਏ, ਇਹ ਬਿਲਕੁਲ ਆਬਜੈਕਟਿਵ ਨਹੀਂ ਸੀਗਾ ਜੀ। ਇੱਕ ਤੇ ਇਹ ਸੁਪਨਾ ਸੀਗਾ ਕਿ ਜੋ 10ਵੇਂ ਪਾਤਸ਼ਾਹ ਦਾ ਬਚਨ ਹੋਇਆ ਹੈ ਉਹ ਸੁਪਨਾ ਸਾਕਾਰ ਹੋ ਸਕੇ। ਹੋਰ ਦੂਸਰਾ ਸੀਗਾ ਕਿ ਵੀ ਅਸੀਂ ਜੋ ਵੀ ਕੰਮ ਕਰਾਂਗੇ ਅਸੀਂ ਐਕਸੀਲੈਂਸ ਵੱਲ ਜਾਣਾ ਹੈਗਾ। ਐਕਸੀਲੈਂਸ ਦਾ ਮਤਲਬ ਹੈਗਾ ਕਿ ਸਾਨੂੰ ਪਹਿਲੀ ਗੱਲ ਇਹ ਹੈਗੀ ਕਿ ਜਿਹੜੀ ਅਸੀਂ ਫੈਕਲਟੀ ਲਗਾਵਾਂਗੇ ਉਹ ਬੜੀ ਉੱਚ ਕੋਟੀ ਦੀ ਲਗਾਵਾਂਗੇ ਜੀ, ਜਿਸ ਦੇ ਤਾਂ ਕਿ ਉਹ ਉਸ ਤਰ੍ਹਾਂ ਦੀ ਲੀਡਰਸ਼ਿਪ ਦੇ ਸਕਣ, ਆਪਣੇ ਬਾਕੀ ਫੈਕਲਟੀ ਨੂੰ ਡਾਇਰੈਕਸ਼ਨ ਦੇ ਸਕਣ, ਹਰ ਡਿਪਾਰਟਮੈਂਟ ਨੂੰ ਕਿ ਵੀ ਇਹ ਕਿਵੇਂ ਅਸੀਂ ਐਕਸੀਲੈਂਸ ਲੈ ਜਾਣਾ ਹੈਗਾ।
ਦੂਸਰਾ ਅਸੀਂ ਸਾਡਾ ਆਬਜੈਕਟਿਵ ਇਹ ਹੋਏਗਾ ਕਿ ਵੀ ਜਿੱਥੇ ਵੀ ਕੋਈ ਜਿਹੜੇ ਬੱਚੇ ਐਕੈਡਮਿਕਲੀ ਐਕਸਲੈਂਟ ਰਿਕਾਰਡ ਲੈ ਕੇ ਆਏ ਹਨ ਆਪਣੇ 10ਵੀਂ 12ਵੀਂ ਦੇ ਐਗਜ਼ਾਮਸ ਵਿੱਚ, ਉਹਨਾਂ ਨੂੰ ਅਸੀਂ ਜ਼ਰੂਰ ਮੋਟੀਵੇਟ ਕਰਾਂਗੇ ਇਰਰਿਸਪੈਕਟਿਵ ਆਫ ਦੇਅਰ ਕੈਪੈਸਿਟੀ ਟੂ ਪੇ ਦ ਫੀ ਔਰ ਨਾਟ। ਕਿ ਜੇ ਬੱਚਾ ਬ੍ਰਿਲੀਅੰਟ ਹੈਗਾ ਅਤੇ ਜੇ ਉਹ ਨਹੀਂ ਵੀ ਅਫੋਰਡ ਕਰ ਸਕਦਾ ਤਾਂ ਅਸੀਂ ਉਸਨੂੰ ਬਿਲਕੁਲ ਜ਼ਰੂਰ ਹੀ ਓਪਰਚੁਨਿਟੀ ਦੇਵਾਂਗੇ ਕਿ ਇੱਥੇ ਆਏ ਰਹੇ, ਸਾਰਾ ਉਸਦੀ ਜੋ ਵੀ ਐਜੂਕੇਸ਼ਨ ਦਾ ਖਰਚਾ ਹੈਗਾ ਉਹ ਸੰਸਥਾ ਬੀਅਰ ਕਰੇਗੀ ਤਾਂ ਕਿ ਇੱਥੇ ਰਹਿ ਕੇ ਐਕਸੀਲੈਂਸ ਵਾਲੀ ਯੂਨੀਵਰਸਿਟੀ ਨੂੰ ਲੈ ਕੇ ਜਾਏ। ਮਤਲਬ ਅਸੀਂ ਇਹ ਬੜੇ ਕਲੀਅਰ ਹੈਗੇ ਜੀ ਕਿ ਅਸੀਂ ਭੀੜ ਨਹੀਂ ਇਕੱਠੀ ਕਰਨੀ ਇਸ ਉਦੇਸ਼ ਨਾਲ ਕਿ ਬਈ ਅਸੀਂ ਯੂਨੀਵਰਸਿਟੀ ਸਾਡੀ ਪਹਿਲੇ ਸਾਲ ਤੋਂ ਹੀ ਫਾਈਨੈਂਸ਼ੀਅਲੀ ਸੈਲਫ ਸਫੀਸ਼ੀਐਂਟ ਹੋ ਜਾਏ। ਸੰਗਤ ਦੀ ਯੂਨੀਵਰਸਿਟੀ ਹੈ, ਸੰਗਤ ਨੇ ਹੀ ਉਸਨੂੰ ਸਪੋਰਟ ਕਰਨਾ ਹੈਗਾ। ਆਬਜੈਕਟਿਵ ਸਾਡਾ ਬੜਾ ਕਲੀਅਰ ਹੈ, ਹਾਈ ਕੁਆਲਿਟੀ ਰਿਸਰਚ ਐਂਡ ਐਕੈਡੈਮਿਕ ਐਕਸੀਲੈਂਸ, ਇਸ ਪਾਸੇ ਅਸੀਂ ਤੁਰਨਾ ਹੈਗਾ ਜੀ। ਜੀ, ਸੋ ਇਹ ਵਾਕਈ ਜਿੰਨੀ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਸੀ, ਕਿਉਂਕਿ ਜਦ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਤਾਂ ਬਹੁਤ ਨਿੱਘਰ ਕੰਮ ਜਿਹੜਾ ਸਾਡੇ ਸਾਹਮਣੇ ਆਉਂਦਾ ਕਿ ਧਰਮਾਂ ਦੇ ਉੱਤੇ ਹੋ ਰਿਹਾ, ਪਰ ਸਿੱਖੀਜ਼ਮ ਦੇ ਉੱਤੇ ਉਸ ਲੈਵਲ ਦਾ ਕੰਮ ਅਜੇ ਨਹੀਂ ਹੋਇਆ। ਠੀਕ ਹੈ, ਜਿਹੜੀਆਂ ਆਪਣੀਆਂ ਪੁਰਾਣੀਆਂ ਯੂਨੀਵਰਸਿਟੀਆਂ ਉਹਨਾਂ ਦੇ ਵਿੱਚ ਵੀ ਕਿਤੇ ਕਿਤੇ ਕੁਝ ਕੰਮ ਹੋ ਰਿਹਾ, ਪਰ ਉਹਨਾਂ ਦੇ ਆਪਣੇ, ਕਿਉਂਕਿ ਉਸ ਡਾਇਰੈਕਟਲੀ ਅੰਡਰ ਗਵਰਨਮੈਂਟ ਕੰਮ ਕਰਦੀਆਂ ਨੇ, ਉਹਨਾਂ ਦੇ ਆਪਣੇ ਕੰਸਟ੍ਰੇਨਸ ਵੀ ਹੁੰਦੇ ਨੇ। ਪਰ ਇਹ ਕਿਉਂਕਿ ਸੰਗਤ ਵੱਲੋਂ ਸਪੋਰਟਡ ਪ੍ਰੋਜੈਕਟ ਹੈ ਅਤੇ ਬਾਬਾ ਜੀ ਵੱਲੋਂ ਇੱਕ ਬੜੇ ਵਿਜ਼ਨ ਦੇ ਨਾਲ ਇਸ ਨੂੰ ਸਟਾਰਟ ਕੀਤਾ ਗਿਆ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਂਦੇ ਸਾਲ ਦੇ ਵਿੱਚ ਇੱਥੇ ਹੋਰ ਕਾਫੀ ਅੱਛੀਆਂ ਰੂਹਾਂ ਜਿਹੜੀਆਂ ਆ ਕੇ ਹੋਰ ਪੜ੍ਹਨਗੀਆਂ ਅਤੇ ਕੰਮ ਕਰਨਗੀਆਂ। ਡਾਕਟਰ ਸਾਹਿਬ, ਇਸ ਸੈਸ਼ਨ ਦੇ ਵਿੱਚ ਤੁਸੀਂ ਕੀ ਸੋਚ ਕੇ ਚੱਲ ਰਹੇ ਹੋ, ਕਿਹੜੀ ਸਟਰੀਮ ਜਿਹੜੀ ਤੁਸੀਂ ਸਟਾਰਟ ਕਰ ਪਾਓਗੇ? ਅਸੀਂ ਜੀ ਗ੍ਰੈਜੂਏਟ ਲੈਵਲ 'ਤੇ ਹਿਊਮੈਨਿਟੀਜ਼ ਦਾ ਜੀ BA ਦਾ ਪ੍ਰੋਗਰਾਮ ਹੋਣਗੇ ਜੀ, ਹੋਰ ਸਾਇੰਸਿਸ ਦਾ ਦੋਨੋਂ, ਬਾਇਓਲੋਜੀ ਸਟਰੀਮ ਹੋਰ ਮੈਥਮੈਟਿਕਸ ਸਟਰੀਮ, ਜਿਸ ਨੂੰ ਆਮ ਲੋਕ ਮੈਡੀਕਲ ਔਰ ਨਾਨ ਮੈਡੀਕਲ ਕਹਿੰਦੇ ਹਨ, ਕਾਮਰਸ ਸਟਰੀਮ, ਇਹ ਅਸੀਂ ਗ੍ਰੈਜੂਏਟ ਲੈਵਲ 'ਤੇ ਸ਼ੁਰੂ ਕਰਾਂਗੇ ਜੀ। ਅਤੇ ਪੋਸਟ ਗ੍ਰੈਜੂਏਟ ਲੈਵਲ 'ਤੇ, ਮਾਸਟਰਸ ਲੈਵਲ 'ਤੇ ਜੋ ਸਾਡੇ ਪਲਾਨ ਹੈਗਾ ਜੀ, ਇੱਕ ਇਕਨੋਮਿਕਸ ਅਤੇ ਲੈਂਗੁਏਜਿਸ ਦੇ ਮਾਸਟਰਸ ਹੋਰ ਸਾਈਕੋਲੋਜੀ, ਇਹ ਅਸੀਂ ਸ਼ਾਇਦ ਬਿਜ਼ਨਸ ਮੈਨੇਜਮੈਂਟ ਵੀ ਅਸੀਂ ਸ਼ੁਰੂ ਕਰੀਏ ਜੀ। ਅਤੇ ਇਸੀ ਤਰ੍ਹਾਂ ਡਾਕਟਰੇਟ ਲੈਵਲ 'ਤੇ, PhD ਲੈਵਲ 'ਤੇ 2 ਜਾਂ 3 ਪ੍ਰੋਗਰਾਮ ਅਸੀਂ ਸ਼ੁਰੂ ਕਰਾਂਗੇ ਜੀ। ਉਹਨਾਂ 'ਚੋਂ ਇੱਕ ਇਕਨੋਮਿਕਸ ਜ਼ਰੂਰ ਹੋਏਗਾ ਜੀ। ਅਤੇ ਇਸ ਦੇ ਇਲਾਵਾ ਜਿਹੜਾ ਮੇਨ ਪ੍ਰੋਗਰਾਮ ਹੈਗਾ ਉਹ ਰਿਸਰਚ ਔਰ ਐਜੂਕੇਸ਼ਨ ਜਿਹੜੀ ਹੋਏਗੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੀ, ਉਸਦੇ ਨਾਲ ਹੀ ਜਿਹੜੇ ਰਿਸਰਚ ਸਕਾਲਰਸ ਹੋਣਗੇ, ਅਸੀਂ ਚਾਹਾਂਗੇ ਕਿ ਵੀ ਇਨ ਡਿਊ ਕੋਰਸ ਆਫ ਟਾਈਮ ਇੱਥੋਂ ਅਸੀਂ ਅੱਛੇ ਸੁਲਝੇ ਹੋਏ ਵੈਲ ਐਜੂਕੇਟਿਡ ਪ੍ਰਚਾਰਕ ਪੈਦਾ ਕਰ ਸਕੀਏ, ਜਿਹੜੇ ਕਿ ਇਨ ਐਡੀਸ਼ਨ ਟੂ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਉਹਨਾਂ ਦਾ ਡੀਪ ਨੌਲੇਜ ਹੋਏ, ਗਿਆਨ ਹੋਏ ਲੈਂਗੁਏਜਿਸ ਦਾ ਵੀ। ਪੰਜਾਬੀ ਤਾਂ ਆਉਂਦੀ ਹੀ ਹੋਏਗੀ ਜੀ, ਉਸ ਤੋਂ ਇਲਾਵਾ ਇੰਗਲਿਸ਼ ਦਾ ਵੀ ਅੱਛਾ ਗਿਆਨ ਰੱਖਦੇ ਹੋਣ, ਹੋਰ ਇੱਕ ਅੱਧੀ ਹੋਰ ਉਹਨਾਂ ਨੂੰ ਵੈਸਟਰਨ ਲੈਂਗੁਏਜ ਵੀ ਕੋਈ ਆਉਂਦੀ ਹੋਏ, ਤਾਂ ਕਿ ਉਹ ਬਾਹਰ ਜਾ ਕੇ ਬਾਹਰਲੇ ਮੁਲਕਾਂ ਵਿੱਚ ਬਾਹਰਲੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਿੱਖ ਫੇਥ ਬਾਰੇ ਐਨਲਾਈਟਨ ਕਰ ਸਕਣ, ਐਨਰਿਚ ਕਰ ਸਕਣ ਜੀ। ਇਹ ਸਾਡਾ ਆਬਜੈਕਟਿਵ ਹੈਗਾ ਜੀ, ਕਿ ਜਿਹੜੀ ਕਿ ਸਾਨੂੰ ਇਸ ਤਰ੍ਹਾਂ ਸਮਝ ਲੱਗਦੀ ਹੈ ਕਿ ਵੀ ਇਹ ਸਾਨੂੰ ਕਾਫੀ ਘਾਟ ਹੈਗੀ ਕਿ ਸਾਡੇ ਹਾਈਲੀ ਐਜੂਕੇਟਿਡ ਹੋਰ ਸੁਲਝੇ ਹੋਏ ਜੀਵਨ ਵਾਲੇ ਪ੍ਰਚਾਰਕਾਂ ਦੀ ਕਮੀ ਹੈਗੀ ਜੀ। ਉਹ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਇਹ ਯੂਨੀਵਰਸਿਟੀ ਉਸ ਘਾਟ ਨੂੰ ਪੂਰਾ ਕਰੇਗੀ। ਤੇ ਇਹਦੇ ਵਾਸਤੇ ਕਿੱਥੋਂ ਤੱਕ ਜਿਹੜਾ ਐਡਮਿਨਿਸਟ੍ਰੇਟਿਵ ਬਲਾਕ ਵੀ ਇੱਥੇ ਸਾਡੇ ਪਿੱਛੇ ਤਿਆਰ ਹੈ, ਤੇ ਕਿਸ ਲੈਵਲ ਤੱਕ ਆਪਾਂ ਪਹੁੰਚ ਗਏ ਹਾਂ ਕਿ ਤੁਸੀਂ ਕੋਈ ਸਿਲੈਕਸ਼ਨਸ ਇਹਦੇ ਵਾਸਤੇ ਹੋ ਚੁੱਕੀਆਂ ਨੇ, VC ਦੀ ਜਾਂ ਹੋਰ ਫੈਕਲਟੀ ਵਾਸਤੇ, ਜਾਂ ਕਿੱਥੋਂ ਤੱਕ ਤੁਹਾਡਾ ਜੇ? ਕਿਉਂਕਿ ਆਫੀਸ਼ੀਅਲੀ ਅਜੇ ਅਸੀਂ ਯੂਨੀਵਰਸਿਟੀ ਇਸਟੈਬਲਿਸ਼ ਨਹੀਂ ਹੋਈ ਜਦ ਤੱਕ ਵਿਧਾਨ ਸਭਾ ਤੋਂ ਬਿੱਲ ਪਾਸ ਨਹੀਂ ਹੁੰਦਾ, ਗਵਰਨਰ ਦੇ ਸਾਈਨ ਨਹੀਂ ਹੁੰਦੇ, ਅਤੇ ਅਸੀਂ ਆਈਡੈਂਟੀਫਾਈ ਕੀਤੇ ਹਨ ਜੀ ਆਊਟਸਟੈਂਡਿੰਗ ਇੰਡੀਵਿਜੂਅਲਸ ਜੋ ਕਿ ਇਸ ਨੂੰ ਮੈਨ ਕਰਨਗੇ। ਪਰ ਕਿਉਂਕਿ ਜੇ ਅਸੀਂ ਆਫੀਸ਼ੀਅਲੀ ਅਕਾਲ ਯੂਨੀਵਰਸਿਟੀ ਇਸਟੈਬਲਿਸ਼ ਨਹੀਂ ਹੋਈ ਤੇ ਫਿਰ ਅਸੀਂ ਅਜੇ ਅਨਾਊਂਸ ਨਹੀਂ ਕਰ ਸਕਦੇ। ਪਰ ਇਹ ਗੱਲ ਬੜੀ ਪੱਕੀ ਹੈਗੀ ਜੀ ਕਿ ਅਸੀਂ ਚੁਣ ਕੇ ਡਿਵੋਟਡ ਕਮਿਟਡ ਪ੍ਰੋਫੈਸਰਸ ਔਰ ਹੈਡਸ ਆਫ ਡਿਪਾਰਟਮੈਂਟਸ ਲਵਾਂਗੇ ਜਿਨ੍ਹਾਂ ਦਾ ਜੋ ਕਿ ਮਿਸ਼ਨ ਨਾਲ ਅਲਾਈਨਡ ਹੋਣ, ਅਤੇ ਕੇਵਲ ਉਹਨਾਂ ਦਾ ਕੰਮ ਅੰਗਰੇਜ਼ੀ ਪੜ੍ਹਾਉਣਾ ਹੀ ਨਹੀਂ ਹੈਗਾ, ਪਰ ਉਹਨਾਂ ਦਾ ਕੰਮ ਅੱਛੀ ਅੰਗਰੇਜ਼ੀ ਪੜ੍ਹਾਉਣਾ ਅਤੇ ਨਾਲ ਅੱਛੇ ਇਨਸਾਨ ਪੈਦਾ ਕਰਨਾ ਵੀ ਹੋਏ। ਉਸ ਤਰ੍ਹਾਂ ਦੇ ਅਸੀਂ ਹੈਡਸ
ਚੁਣਾਂਗੇ ਤਾਂ ਕਿ ਉਹ ਡਿਪਾਰਟਮੈਂਟ ਨੂੰ, ਇੰਡੀਵਿਜੂਅਲ ਡਿਪਾਰਟਮੈਂਟ ਨੂੰ ਐਕੈਡੈਮਿਕਲੀ ਵੀ ਐਕਸਲੈਂਸ ਦੇ ਸਕਣ ਤੇ ਸਟੂਡੈਂਟਸ ਔਰ ਆਪਣੀ ਫੈਕਲਟੀ ਵਾਸਤੇ ਰੋਲ ਮਾਡਲ ਵੀ ਬਣ ਸਕਣ ਕਿ ਵੀ ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ। ਜਿਸ ਤਰ੍ਹਾਂ ਅੱਜ ਤੋਂ ਤਕਰੀਬਨ 70 80 90 ਸਾਲ ਪਹਿਲੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਜੋ ਸਟਾਲਵਰਟ ਸੀਗੇ ਜਿਨ੍ਹਾਂ ਨੇ ਉਸ ਨੂੰ ਬਣਾਇਆ ਸੀਗਾ ਜੀ, ਇੱਕ ਜੋ ਉਸ ਟਾਈਮ ਪ੍ਰੋਫੈਸਰ ਸੀਗਾ ਉਹ ਰੋਲ ਮਾਡਲ ਸੀਗਾ ਸਾਰੇ ਵਿਦਿਆਰਥੀਆਂ ਵਾਸਤੇ। ਸੋ ਉਸ ਤਰ੍ਹਾਂ ਦਾ ਆਸ਼ਾ ਹੈ ਜੀ ਕਿ ਉਹ ਸਾਰਾ ਰਿਵਾਈਵਲ ਹੋਏ। ਡਾਕਟਰ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਇਦਾਂ ਦੇ ਬੰਦੇ ਸਾਨੂੰ ਮਿਲ ਜਾਣਗੇ ਅੱਜ ਦੇ? ਕਿਉਂਕਿ ਆਮ ਤੌਰ ਤੇ ਅੱਜ ਤਾਂ ਜਿਹੜਾ ਥੋੜਾ ਜ਼ਿਆਦਾ ਡਾਕਟਰੇਟ ਕਰ ਜਾਂਦਾ ਜਿਹੜਾ ਉਹ ਥੋੜਾ ਜਿਹਾ ਹੋਰ ਸੋਚ ਉਹਦੀ ਹੋਰ ਹੋ ਜਾਂਦੀ ਹੈ, ਗੁਰੂ ਨਾਨਕ ਸਾਹਿਬ ਦੀ ਲਾਈਨ ਤੋਂ ਥੋੜਾ ਜਿਹਾ ਹਟਵਾ ਚਲਾ ਜਾਂਦਾ। ਇਦਾਂ ਦੇ ਮਿਲਦੇ ਪਏ ਨੇ ਤੁਹਾਨੂੰ? ਜ਼ਰੂਰ ਮਿਲਦੇ ਹੈਗੇ ਜੀ। ਸਾਨੂੰ ਜੀ ਕੋਈ ਬਹੁਤੀ ਭੀੜ ਤੇ ਇਕੱਠੀ ਕਰਨੀ ਨਹੀਂ ਹੈ ਜੀ, ਅਸੀਂ ਤੇ ਚੰਦ ਬੰਦੇ ਹੀ ਲੱਭਦੇ ਹਾਂ ਜੀ। ਸੋ ਉਹ ਜੇ 10ਵੇਂ ਪਾਤਸ਼ਾਹ ਨੇ ਇਤਨਾ ਇਹ ਸੰਗਤ ਨੂੰ ਹਿੰਮਤ ਬਖਸ਼ ਕੇ ਇਹ ਉਪਰਾਲਾ ਸਾਰਾ ਇਹ ਖੜਾ ਕਰਤਾ ਹੈਗਾ ਜੀ, ਤੇ ਆਪਣੇ ਆਪ ਹੀ ਉਹ ਸੇਵਕ, ਉਹ ਸੇਵਾਦਾਰ ਵੀ 10ਵੇਂ ਪਾਤਸ਼ਾਹ ਜ਼ਰੂਰ ਸਾਨੂੰ ਭੇਜਣਗੇ। ਮਿਲ ਰਹੇ ਹਨ ਜੀ ਬੰਦੇ ਜਿਹੜੇ ਕਿ ਬਿਯੋਂਡ ਮਟੀਰੀਅਲ ਗੇਨਸ ਜਿਨ੍ਹਾਂ ਦਾ ਲਾਈਫ ਦਾ ਆਬਜੈਕਟਿਵ ਹੈਗਾ, ਜ਼ਰੂਰ ਹਨ ਜੀ, ਬਹੁਤ ਹਨ। ਉਹ ਵੀ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਜੀ ਐਸੀ ਜਗ੍ਹਾ ਤੇ ਕੰਮ ਕਰਨ ਦੀ ਜਿੱਥੇ ਕਿ ਉਹਨਾਂ ਦਾ ਜੋ ਦਿਲੀ ਇੱਛਾ ਹੈਗੀ ਉਹ ਪੂਰੀ ਹੋ ਸਕੇ। ਕਾਫੀ ਸਾਰੇ ਜਿਨ੍ਹਾਂ ਨੇ ਸਰਕਾਰੀ ਨੌਕਰੀ 'ਚ ਕੰਸਟ੍ਰੇਂਟਸ ਵਿੱਚ ਕੰਮ ਕੀਤਾ ਹੁੰਦਾ ਹੈਗਾ, ਉਹ ਜੋ ਉਹਨਾਂ ਦੀ ਦਿਲੀ ਇੱਛਾ ਹੁੰਦੀ ਹੈਗੀ ਕਿ ਵੀ ਅਸੀਂ ਕਿਸ ਤਰ੍ਹਾਂ ਇੰਪੈਕਟ ਪਾ ਸਕੀਏ ਸੋਸਾਇਟੀ ਤੇ, ਸੋ ਉਹਨਾਂ ਨੂੰ ਵੀ ਓਪਰਚੁਨਿਟੀ ਹੋਏਗੀ ਜੀ। ਵੀ ਵੈਲਕਮ ਐਨੀਵਨ ਐਂਡ ਐਵਰੀਵਨ ਜਿਹੜੇ ਆ ਕੇ ਇੱਥੇ ਜੁੜਨ। ਹੋਰ ਸਾਨੂੰ ਤੇ ਜੀ ਦੋ ਹੀ ਚੀਜ਼ਾਂ ਚਾਹੀਦੀਆਂ, ਐਕੈਡੈਮਿਕ ਐਕਸਲੈਂਸ ਹੋਰ ਹਿਊਮਨ ਵੈਲਿਊਜ਼, ਇਹ ਦੋਨੋਂ ਚੀਜ਼ਾਂ ਇੰਪਾਰਟ ਕਰ ਸਕੀਏ ਅਸੀਂ ਬੱਚਿਆਂ ਵਿੱਚ ਤਾਂ ਕਿ ਚੇਂਜ ਲਿਆਉਣਾ ਜੀ ਸੋਸਾਇਟੀ ਵਿੱਚ। ਮਤਲਬ ਅਸੀਂ ਡੈਫੀਨੇਟਲੀ ਇਹ ਆਬਜੈਕਟਿਵ ਬਿਲਕੁਲ ਨਹੀਂ ਹੈਗਾ ਜੀ ਕਿ ਵੀ ਅਸੀਂ ਇਸ ਯੂਨੀਵਰਸਿਟੀ 'ਚੋਂ ਕੋਈ ਅਰਨਿੰਗ ਕਰਨੀ ਹੈ, ਨਹੀਂ ਹੈ ਜੀ। ਜਿਸ ਤਰ੍ਹਾਂ ਸੰਗਤ ਦਾ ਆਦੇਸ਼ ਹੋਏਗਾ, ਜਿਸ ਤਰ੍ਹਾਂ ਪਰ ਇਮੀਡੀਏਟਲੀ ਵੀ ਆਰ ਵੈਰੀ ਕਲੀਅਰ ਕਿ ਵੀ ਸਾਨੂੰ ਐਕਸੀਲੈਂਸ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗੀ ਜੀ, ਵੇ ਆਫ ਲਾਈਫ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ, ਵੈਲਿਊਜ਼ ਇੰਪਾਰਟ ਕਰਨ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਜੀ। ਇੱਕ ਹੋਰ ਮੈਂ ਸਮਝਦਾ ਲਾਸਟ ਕੁਐਸਚਨ ਜਿਹੜਾ ਅੱਜ ਦੇ ਐਪੀਸੋਡ ਦਾ ਬਣਦਾ ਕਿ ਇੱਥੇ ਵੀ ਤੁਹਾਡਾ ਕੋਈ ਡਰੈਸ ਕੋਡ ਜਾਂ ਕੋਈ ਇਦਾਂ ਦਾ ਸਿਸਟਮ ਹੋਏਗਾ ਕਿ ਜਿੱਥੋਂ ਅਕਾਲ ਯੂਨੀਵਰਸਿਟੀ ਬਾਕੀਆਂ ਨਾਲੋਂ ਕੁਝ ਅਲੱਗ ਲੱਗੇ? ਅਸੀਂ ਡੈਫੀਨੇਟਲੀ ਜੀ ਇਸ ਬਾਰੇ ਅਸੀਂ ਵਿਚਾਰ ਰਹੇ ਹਾਂ ਤੇ ਇਨ ਆਲ ਪ੍ਰੋਬੇਬਿਲਿਟੀ ਡਰੈਸ ਕੋਡ ਨਾਲ ਯੂਨੀਫਾਰਮਿਟੀ ਆ ਜਾਂਦੀ ਹੈਗੀ ਜੀ, ਥੋੜੀ ਸੀਰੀਅਸਨੈਸ ਆ ਜਾਂਦੀ ਹੈਗੀ ਜੀ। ਜੋ ਆਮ ਅਸੀਂ ਹਿੰਦੁਸਤਾਨੀ ਯੂਨੀਵਰਸਿਟੀਆਂ ਵਿੱਚ ਦੇਖਦੇ ਹਾਂ ਜਿਹੜਾ ਕੈਜੂਅਲਨੈਸ ਹੋਰ ਨਾਨ ਸੀਰੀਅਸ ਐਟੀਟਿਊਡ ਬੱਚਿਆਂ ਦਾ, ਉਹ ਫਿਰ ਥੋੜਾ ਜਿਹਾ ਘਟ ਜਾਂਦਾ ਹੈਗਾ ਜੀ ਜੇ ਬੱਚਿਆਂ ਨੇ ਸੋਬਰ ਸਿੰਪਲ ਡਰੈਸ ਪਾਈ ਹੋਏ। ਤੇ ਅਸੀਂ ਜ਼ਰੂਰ ਚਾਹਾਂਗੇ ਜੀ ਕਿ ਇਹ ਹੋਏ ਤੇ ਅਸੀਂ ਇਹ ਵੀ ਚਾਹਾਂਗੇ ਕਿ ਬੱਚੇ ਰਹਿਤ ਵਿੱਚ ਰਹਿਣ ਤਾਂ ਕਿ ਉਹ ਰੋਲ ਮਾਡਲ ਬਣ ਸਕਣ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿੰਨਾ ਸਮਝਦੇ ਪ੍ਰੋਜੈਕਟ ਕਿੰਨੀ ਕੰਪਲੀਸ਼ਨ ਹੋ ਚੁੱਕੀ ਹੈ ਓਵਰਆਲ, ਜਿਵੇਂ ਆਪਣੀ ਯੂਨੀਵਰਸਿਟੀ ਦਾ ਪ੍ਰੋਜੈਕਟ ਲੈ ਕੇ ਚੱਲਦੇ ਹਾਂ ਤੇ ਕਿੰਨਾ ਕੁ ਫਾਈਨੈਂਸ਼ੀਅਲੀ ਜੋ ਇਹਦੀ ਲਾਗਤ ਪੂਰੀ ਹੋ ਗਈ ਹੈ ਜਾਂ ਜੇ ਕੁਝ ਹੋਰ ਬਾਕੀ ਹੈ? ਇਹ ਤਾਂ ਜੀ ਮਿਨੀਮਮ ਜੋ ਕੰਸਟਰਕਸ਼ਨ ਹੋਣੀ ਸੀ ਉਹ ਹੋਈ ਹੈ ਜੀ, ਤੇ ਅਸੀਂ ਜਿੰਨਾ ਇਸ ਵਿੱਚ ਅਸੀਂ ਹੋਰ ਜੋ ਫਰਨੀਚਰ ਵਗੈਰਾ ਜਾਂ ਹੋਰ ਜੋ ਅਪਲਾਇੰਸਸ ਫਿਕਸ ਕਰਨੇ ਹੈਗੇ ਉਹ ਜੇ ਅਸੀਂ ਕੁਝ ਕਰਨੇ ਹਨ, ਕੁਝ ਸਮਾਨ ਲੈ ਲਿਆ ਗਿਆ ਹੈਗਾ। ਤੇ ਅਸੀਂ ਤਕਰੀਬਨ ਸਾਡਾ ਜੋ ਕਿ ਯੂਨੀਵਰਸਿਟੀ ਸ਼ੁਰੂ ਕਰਨ ਤੋਂ ਪਹਿਲਾਂ 15-20 ਕਰੋੜ ਦਾ ਖਰਚਾ ਹੋਰ ਹੋਏਗਾ ਜੀ, ਤਾਂ ਫਿਰ ਇਹ ਇਸ ਸਟੇਟ ਤੇ ਆ ਜਾਏਗੀ ਕਿ ਬੱਚੇ ਇੱਥੇ ਆ ਸਕਣ, ਦਾਖਲ ਹੋ ਸਕਣ ਔਰ ਵਿਦਿਆ ਸ਼ੁਰੂ ਹੋ ਸਕੇ ਜੀ। ਸੋ ਬਿਲਕੁਲ ਸੰਗਤਾਂ ਨੇ ਅੱਗੇ ਵੀ ਵੈਸੇ ਪਹਿਲਾਂ ਵੀ ਯੂਕੇ ਯੂਰਪ ਸਾਰੇ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਉਮੀਦ ਕਰਦੇ ਹਾਂ ਕਿ ਹੁਣ ਇਹ ਬਿਲਕੁਲ ਆਖਰੀ ਨੂੰ ਫਾਈਨਲ ਟੱਚਿੰਗ ਆਪਾਂ ਕਹਿ ਸਕਦੇ ਹਾਂ ਕਿ ਇਸ ਪ੍ਰੋਜੈਕਟ ਨੂੰ ਦਿੱਤੀ ਜਾਣੀ ਹੈ ਤੇ ਹੋਰ ਸੰਗਤਾਂ ਸਹਿਯੋਗ ਕਰਨਗੀਆਂ ਤੇ ਇੱਕ ਡ੍ਰੀਮ ਪ੍ਰੋਜੈਕਟ ਜਿਹੜਾ ਮੈਂ ਸਮਝਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਗੁਰੂ ਕੀ ਕਾਂਸ਼ੀ ਜਿਹੜੀ ਇਸ ਢੰਗ ਦੇ ਨਾਲ ਪ੍ਰਗਟ ਹੋਏਗੀ ਜਿੱਥੋਂ ਹੋਣਹਾਰ ਗੁਰਸਿੱਖ ਵਿਦਵਾਨ ਪੈਦਾ ਹੋ ਕੇ ਸਿਰਫ ਧਾਰਮਿਕ ਵਿਦਿਆ ਦਾ ਹੀ ਨਹੀਂ, ਮੈਂ ਸਮਝਦਾ ਦੂਸਰੇ ਜਿਵੇਂ ਸਾਰੀਆਂ ਸਟਰੀਮਸ ਇੱਥੇ ਅਸੀਂ ਦੇਖ ਰਹੇ ਹਾਂ ਪਿੱਛੇ ਸਾਡੇ ਕਾਮਰਸ ਦੀ ਵੀ ਹੈ ਤੇ ਦੂਸਰੀਆਂ ਵੀ ਸਾਰੀਆਂ ਐਜੂਕੇਸ਼ਨ ਜਿਹੜੀ ਸਾਇੰਸ ਡਿਪਾਰਟਮੈਂਟ ਦੇ, ਕਿਉਂਕਿ ਜਿੱਥੇ ਵੀ ਚੰਗੀਆਂ ਕੁਰਸੀਆਂ ਦੇ ਉੱਤੇ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਉਹਨਾਂ ਦੇ ਉੱਤੇ ਗੁਰਸਿੱਖ ਬੱਚੇ ਬੈਠਣਗੇ ਤੇ
ਉਹਨਾਂ ਦੀ ਸੋਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਵਾਲੀ ਹੋਏਗੀ ਤੇ ਸਰਬੱਤ ਦਾ ਭਲਾ ਹੋਏਗਾ। ਸੋ ਇਹ ਸੁਪਨਾ ਮੈਂ ਸਮਝਦਾ ਜਲਦੀ ਸਾਕਾਰ ਹੋਣ ਜਾ ਰਿਹਾ। ਤੁਹਾਡਾ ਸਾਰਿਆਂ ਦਾ ਸਹਿਯੋਗ ਇਹਦੇ ਵਿੱਚ ਪਹਿਲਾਂ ਵੀ ਮਿਲਦਾ ਰਿਹਾ ਤੇ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ। 9914070577 ਤੇ 9914470577 ਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਵਡਮੁੱਲਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਜੀ। ਹੁਣ ਇਜਾਜ਼ਤ ਲੈਂਦੇ ਫਤਿਹ ਸਾਂਝੀ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਲ ਅੱਲਾ